ਨਮਸਕਾਰ ਦੇਸ਼ ਦੁਨੀਆ ਵਿੱਚ ਐਸਡੀਟੀਵੀ ਪ੍ਰਾਈਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਸ਼ਮੀ ਡਾਵਰਾ ਤੇ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਜੋੜੀਆਂ ਜਗ ਥੋੜੀਆਂ। ਦੋਸਤੋ, ਜੋੜੀਆਂ ਜਗ ਥੋੜੀਆਂ ਪ੍ਰੋਗਰਾਮ ਦੇ ਵਿੱਚ ਅੱਜ ਜਿਸ ਜੋੜੀ ਨੂੰ ਮੈਂ ਤੁਹਾਡੇ ਰੂਬਰੂ ਕਰਨ ਜਾ ਰਿਹਾ ਉਹ ਜੋੜੀ ਆਪਣੇ ਆਪ ਦੇ ਵਿੱਚ ਅਦਭੁਤ ਹੈ। ਅਦਭੁਤ ਇਸ ਲਈ ਕਿਉਂਕਿ ਇੱਕ ਰੀਅਲ ਐਸਟੇਟ ਤੇ ਫਾਈਨਾਂਸ ਨਾਲ ਸੰਬੰਧ ਰੱਖਦਾ ਹੈ ਤੇ ਦੂਸਰਾ ਜੋੜੀਦਾਰ ਸਕਿਨ ਸਪੈਸ਼ਲਿਸਟ ਹੈ, ਡਾਕਟਰ ਹੈ। ਦੋਨਾਂ ਨੇ ਮਿਲ ਕੇ ਇੱਕ ਵੈਂਚਰ ਤਿਆਰ ਕੀਤਾ ਹੈ ਜਿਸ ਨੂੰ ਦੇਖਣ ਦੇ ਲਈ ਅੱਜ ਦੇਸ਼ ਵਿਦੇਸ਼ ਤੋਂ ਦੁਨੀਆ ਪੁੱਜ ਰਹੀ ਹੈ। ਉਹ ਵੈਂਚਰ ਨਾ ਤਾਂ ਪੰਜਾਬ ਵਿੱਚ ਹੈ, ਨਾ ਹਰਿਆਣੇ 'ਚ, ਨਾ ਹਿਮਾਚਲ 'ਚ, ਨਾ ਦਿੱਲੀ 'ਚ, ਬਲਕਿ ਉਹ ਵੈਂਚਰ ਹੈ ਖੂਬਸੂਰਤ ਸਮੁੰਦਰ ਬੀਚਿਸ ਦੇ ਕਿਨਾਰੇ ਗੋਆ ਦੇ ਵਿੱਚ। ਗੋਆ ਦੇ ਵਿੱਚ ਜਿੱਥੇ ਰਿਜ਼ੋਰਟ ਤਿਆਰ ਕੀਤਾ ਗਿਆ ਹੈ, ਜਿਸ ਦੇ ਵਿੱਚ ਅਪਾਰਟਮੈਂਟਸ ਨੇ, ਜਿਸ ਦੇ ਵਿੱਚ ਸਵਿਮਿੰਗ ਪੂਲ ਹੈ, ਜਿਸ ਦੇ ਵਿੱਚ ਗ੍ਰੀਨਰੀ ਹੈ, ਜਿਸ ਦੇ ਵਿੱਚ ਹੋਰ ਵੀ ਬਹੁਤ ਕੁਝ ਹੈ, ਤੇ ਉੱਥੇ ਹੀ ਉਸੇ ਰਿਜ਼ੋਰਟ ਦੇ ਵਿੱਚ ਦੇਸ਼ ਵਿਦੇਸ਼ ਤੋਂ ਪੁੱਜ ਰਹੇ ਸਕਿਨ ਦੇ ਪੇਸ਼ੈਂਟਸ ਦਾ ਟ੍ਰੀਟਮੈਂਟ ਵੀ ਕੀਤਾ ਜਾ ਰਿਹਾ ਹੈ। ਤੇ ਜੋੜੀ ਗੋਆ ਦੀ ਜੋੜੀ ਨਹੀਂ ਹੈ, ਇਹ ਜੋੜੀ ਹੈ ਪੰਜਾਬ ਦੀ ਜੋੜੀ। ਪੰਜਾਬ ਦੀ ਜੋੜੀ ਨੇ ਜਾ ਕੇ ਗੋਆ ਦੇ ਵਿੱਚ ਪੰਜਾਬੀ ਝੰਡਾ ਬੁਲੰਦ ਕੀਤਾ ਹੈ। ਪਿਛਲੇ ਦਿਨੀ ਜਦੋਂ ਮੈਂ ਗੋਆ ਗਿਆ ਤਾਂ ਉੱਥੇ ਇਸ ਰਿਜ਼ੋਰਟ 'ਚ ਰਿਹਾ ਤਾਂ ਬੜੀ ਹੈਰਾਨਗੀ ਹੋਈ ਕਿ ਜਦੋਂ ਉਹਨਾਂ ਦੇ ਮਾਲਕਾਂ ਬਾਰੇ ਜਾਣਿਆ ਕਿ ਉਹ ਕੋਈ ਹੋਰ ਨਹੀਂ ਬਲਕਿ ਪੰਜਾਬ ਦੀ ਜੋੜੀ ਹੈ। ਅੱਜ ਉਸੇ ਪੰਜਾਬ ਦੀ ਜੋੜੀ ਨੂੰ ਮੈਂ ਆਪਣੇ ਦਰਸ਼ਕਾਂ ਦੇ ਰੂਬਰੂ ਕਰਨ ਜਾ ਰਿਹਾ ਹਾਂ ਤੇ ਸਭ ਤੋਂ ਪਹਿਲਾਂ ਸਵਾਗਤ ਕਰਨਾ ਉਸ ਜੋੜੀ ਦਾ। ਉਹ ਨੇ ਮਿਸਟਰ ਰਾਜੀਵ ਤੇ ਡਾਕਟਰ ਅਲਕਾ। ਜਿਸ ਤਰ੍ਹਾਂ ਮੈਂ ਪ੍ਰੋਮਿਸ ਕੀਤਾ ਸੀ ਕਿ ਜਦੋਂ ਮੈਂ ਪੰਜਾਬ ਪੁੱਜਿਆ ਤਾਂ ਤੁਹਾਡਾ ਐਸਟੀਵੀ ਪ੍ਰਾਈਮ ਦੇ ਉੱਤੇ ਜੋੜੀਆਂ ਜਗ ਥੋੜੀਆਂ ਪ੍ਰੋਗਰਾਮ ਜ਼ਰੂਰ ਕਰਾਂਗਾ ਕਿਉਂਕਿ ਤੁਹਾਡੀ ਜੋੜੀ ਵੀ ਵਿਲੱਖਣ ਜੋੜੀ ਹੈ ਇੱਕ। ਸੋ ਅੱਜ ਬੜੀ ਖੁਸ਼ੀ ਹੋ ਰਹੀ ਹੈ ਮੈਨੂੰ ਤੁਹਾਨੂੰ ਆਪਣੇ ਰੂਬਰੂ ਇੱਕ ਵਾਰ ਫਿਰ ਦੇਖ ਕੇ। ਇਸ ਤੋਂ ਪਹਿਲਾਂ ਕਿ ਮੈਂ ਤੁਹਾਡੇ ਕੋਲ ਰਾਜੀਵ ਜੀ ਕੁਝ ਪੁੱਛਾਂ, ਡਾਕਟਰ ਅਲਕਾ ਤੁਹਾਡੇ ਕੋਲ ਕੁਝ ਪੁੱਛਾਂ, ਮੈਂ ਦਰਸ਼ਕਾਂ ਨੂੰ ਤੁਹਾਡੇ ਰਿਜ਼ੋਰਟ ਦੀ ਫਾਨੂਸ ਦੀ ਇੱਕ ਕਲਿੱਪਿੰਗ ਦਿਖਾਉਣਾ ਚਾਹੁੰਦਾ। ਹੁਣ ਰਾਜੀਵ ਜੀ, ਸਭ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡੇ ਕੋਲੋਂ ਜਾਣਨਾ ਚਾਹਾਂਗਾ, ਤੁਸੀਂ ਆਪਣੇ ਬਾਰੇ ਕੁਛ ਨਾ ਕੁਛ ਜ਼ਰੂਰ ਸਾਡੇ ਦਰਸ਼ਕਾਂ ਨੂੰ ਦੱਸੋ। ਬੇਸਿਕਲੀ ਨਾਮ ਮੇਰਾ ਲਾਇਲ ਹੈ ਕਿ ਰਾਜੀਵ। ਮੇਰੀ ਜਿਹੜੀ ਮੇਨ ਐਜੂਕੇਸ਼ਨ ਹੈ ਦੈਟ ਹੈਜ਼ ਬੀਨ ਇਨਟੂ ਇਕਨੋਮਿਕਸ।
I didn't want to be a doctor. I didn't see myself as a doctor. इस करके मैं by choice मैं अपने subjects medical line तो change करके I took honors in economics degree and then went for post graduation from Punjab University Chandigarh और ਦੁਆਬਾ ਕਾਲਜ ਜਲੰਧਰ ਤੋਂ ਮੈਂ ਗ੍ਰੈਜੂਏਸ਼ਨ ਦੀ ਡਿਗਰੀ ਕੀਤੀ ਹੈਗੀ। ਤੇ ਤੁਹਾਡੇ ਘਰ ਕਿੱਥੇ ਹੈ ਜੀ? ਵੈਸੇ ਸਾਡੇ ਬੇਸਿਕ ਘਰ ਨੇ ਸਾਡੇ ਪੁਰਾਣੇ ਪਿੰਡ ਦਾ ਵਿਲੇਜ ਰਮਦਾਸ ਹੈ ਜੀ, ਜਿਹੜੇ ਕਿ ਅੰਮ੍ਰਿਤਸਰ ਡਿਸਟ੍ਰਿਕਟ 'ਚ ਪੈਂਦਾ। ਓਕੇ। ਬਟ ਦੈਨ ਮਾਈ ਫਾਦਰ ਐਂਡ ਆਲ ਦੇ ਗੋਟ ਸੈਟਲਡ ਇਨ ਜਲੰਧਰ। ਓਕੇ। ਤੇ ਮੇਰੇ ਫਾਦਰ ਵੀ ਪੀਆਰਓ ਰਹੇ ਨੇ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਦੇ ਵਿੱਚ ਜਲੰਧਰ ਦੇ ਵਿੱਚ। ਕੀ ਬਾਤ ਹੈ, ਕੀ ਨਾਂ ਸੀ? ਸ਼੍ਰੀ ਹਰਜੀਤ ਰਾਏ ਦੀਪਕ ਦੇ ਨਾਮ ਤੇ। ਕਾਫੀ ਜ਼ਿਆਦਾ ਤਾਂ ਹਾਂ। ਉਹਨਾਂ ਦਾ ਮੀਡੀਆ ਦੇ ਨਾਲ ਔਰ ਦੂਰਦਰਸ਼ਨ ਨਾਲ ਬਹੁਤ ਵੈਸੇ ਵੀ ਬਹੁਤ ਪਿਆਰ ਸੀ ਉਹਨਾਂ ਦਾ। ਹੁਣ ਡਾਕਟਰ ਅਲਕਾ, ਮੈਂ ਤੁਹਾਡੇ ਬਾਰੇ ਕੁਝ ਜਾਣਨਾ ਚਾਹਾਂਗਾ, ਤੁਸੀਂ ਜ਼ਰੂਰ ਸਾ ਕੁਝ ਦੱਸੋ ਸਾਡੇ ਦਰਸ਼ਕਾਂ ਦੇ ਲਈ। ਹਾਂਜੀ ਜ਼ਰੂਰ। ਮੇਰਾ ਬੇਸਿਕਲੀ ਬਰਥ ਟਾਊਨ ਪਠਾਨਕੋਟ ਹੈ। ਤੁਸੀਂ ਸੁਣਿਆ ਹੋਣਾ ਪਠਾਨਕੋਟ ਪੰਜਾਬ ਦੇ ਤੇ JNK ਦੇ ਬਾਰਡਰ ਦੇ ਵਿੱਚ ਪੈਂਦਾ ਹੈ। ਤੇ ਮੇਰੀ अर्ਲੀ ਐਜੂਕੇਸ਼ਨ ਜਿਹੜੀ ਹੈ ਉਹ ਸੇਂਟ ਜੋਸਫ ਕਨਵੈਂਟ ਸਕੂਲ ਤੋਂ ਹੈ। ਉਸ ਤੋਂ ਬਾਅਦ ਫਿਰ ਮੈਂ MBBS ਕੀਤੀ CMC ਲੁਧਿਆਣਾ ਤੋਂ। ਬੇਸਿਕਲੀ ਬਚਪਨ ਤੋਂ ਮੇਰਾ ਡ੍ਰੀਮ ਸੀ ਕਿ ਮੈਂ ਡਾਕਟਰ ਬਣਨਾ ਹੈ। ਮੇਰੇ ਦੋਨੋਂ ਪੇਰੈਂਟਸ ਐਜੂਕੇਸ਼ਨ 'ਚ ਸੀ ਤੇ ਦੇ ਵਾਂਟਡ ਮੀ ਟੂ ਬਿਕਮ ਅ ਟੀਚਰ, ਪਰਸਿਊ ਐਜੂਕੇਸ਼ਨ, ਬਟ ਮੈਨੂੰ ਸੀ ਕਿ ਮੈਂ ਡਾਕਟਰ ਹੀ ਬਣਨਾ ਹੈ। ਸੋ ਆਈ ਸਟੱਡੀਡ ਫਰੋਮ MBBS। ਫਿਰ ਉਸ ਤੋਂ ਬਾਅਦ ਮੈਂ MD ਕੀਤੀ ਡਰਮੇਟੋਲੋਜੀ 'ਚ ਤੇ 21 ਸਾਲ ਮੈਂ ਗਵਰਨਮੈਂਟ ਜੌਬ ਵੀ ਕੀਤੀ। ਉਸ ਤੋਂ ਬਾਅਦ ਫਿਰ ਮੈਂ ਪ੍ਰੀ ਮੈਚੁਰ ਰਿਟਾਇਰਮੈਂਟ ਲੈ ਕੇ ਆਪਣਾ ਫਿਰ ਪ੍ਰਾਈਵੇਟ ਸੈਟਅਪ ਸਟਾਰਟ ਕੀਤਾ। ਕਿੱਥੇ ਕੀਤੀ ਤੁਸੀਂ? ਕਿਹੜੇ ਡਿਪਾਰਟਮੈਂਟ? ਪੰਜਾਬ ਹਾਂਜੀ PCMS ਪੰਜਾਬ ਸਿਵਲ ਸਰਵਿਸਿਜ਼ 'ਚ ਪਠਾਨਕੋਟ ਬੇਸਿਕਲੀ ਜ਼ਿਆਦਾ ਮੇਰਾ ਟਾਈਮ ਰਿਹਾ ਹੈ। ਸਿਵਲ ਹਸਪੀਟਲ ਪਠਾਨਕੋਟ ਆਈ ਵਾਸ ਵਰਕਿੰਗ ਐਜ਼ ਅ ਡਰਮੇਟੋਲੋਜਿਸਟ। ਤੇ ਗੋਆ ਕਦੋਂ ਸ਼ਿਫਟ ਹੋਏ? ਗੋਆ ਬੇਸਿਕਲੀ ਜਿਹੜਾ ਅਸੀਂ ਇੱਥੇ ਸ਼ੁਰੂ ਕੀਤਾ ਫਾਨੂਸ, ਉਹ ਮੇਰਾ ਤੇ ਰਾਜੀਵ ਦਾ ਸਮਝ ਲਓ ਕਿ ਇੱਕ ਡ੍ਰੀਮ ਪ੍ਰੋਜੈਕਟ ਸੀ। ਮੇਰਾ ਬੇਸਿਕਲੀ ਸੀ ਕਿ ਮੈਂ ਆਪਣੀ ਲਾਈਫ 'ਚ ਐਜ਼ ਅ ਡਾਕਟਰ ਆਪਣੇ ਐਕਸਪੀਰੀਅੰਸ 'ਚ ਦੇਖਿਆ ਸੀ ਕਿ ਲੋਕੀ ਬਹੁਤ ਜ਼ਿਆਦਾ ਦਵਾਈਆਂ ਲੈ ਕੇ ਪਰੇਸ਼ਾਨ ਰਹਿੰਦੇ ਹੈ ਤੇ ਕੋਈ ਐਲੋਪੈਥੀ ਵੱਲ ਦੌੜਦਾ ਹੈ, ਕੋਈ ਆਯੁਰਵੇਦਾ ਵੱਲ, ਕੋਈ ਯੋਗਾ ਵੱਲ। ਸੋ ਮੇਰਾ ਬੇਸਿਕਲੀ ਇੱਕ ਡ੍ਰੀਮ ਕਹਿ ਲਓ ਸੀ ਕਿ ਮੈਂ ਇੱਕ ਇਹੋ ਜਿਹਾ ਟਰੀਟਮੈਂਟ ਲੋਕਾਂ ਨੂੰ ਦੇਵਾਂ ਜਿਹੜੇ 'ਚ ਵੀ ਕੰਬਾਈਨ ਦ ਬੈਸਟ ਆਫ ਐਵਰੀਥਿੰਗ। ਮਤਲਬ ਜੋ ਯੋਗਾ 'ਚ ਬੈਸਟ ਹੈ, ਜੋ ਆਯੁਰਵੇਦਾ 'ਚ ਬੈਸਟ ਹੈ, ਜੋ ਹੋਮੋਪੈਥੀ 'ਚ ਬੈਸਟ ਹੈ, ਤੇ ਉਹਨੂੰ ਕੰਬਾਈਨ ਕਰਨਾ ਵਿਦ ਮਾਡਰਨ ਮੈਡੀਸਨ ਟੂ ਗਿਵ ਅ ਕੰਪਲੀਟ ਕਿਉਰ ਟੂ ਦ ਪੇਸ਼ੈਂਟ, ਕਿ ਬੰਦਾ ਲੱਗੇ ਕਿ ਮੈਂ ਹੁਣ ਦਵਾਈਆਂ ਤੋਂ ਬਗੈਰ ਵੀ ਹੈਲਥੀ ਰਹਿ ਸਕਦਾ। ਸੋ ਉਹ ਇੱਕ ਕਨਸੈਪਟ ਲੈ ਕੇ ਅਸੀਂ ਇਹ ਕੈਂਪਸ ਫਾਨੂਸ ਸ਼ੁਰੂ ਕੀਤਾ ਸੀ। ਕਿੰਨੀ ਕੁ ਦੇਰ ਹੋ ਗਈ ਰਾਜੀਵ ਜੀ ਤੁਹਾਨੂੰ ਜੋ ਅਸੀਂ ਦੇਖਿਆ ਤੇ ਜੋ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਦੱਸਿਆ, ਇਹ ਸਾਰਾ ਕੁਝ ਸ਼ੁਰੂ ਕੀਤੇ ਨੂੰ ਇੱਥੇ ਕਿੰਨੀ ਕੁ ਦੇਰ ਹੋ ਗਈ? This particular campus itself has a long history. Otherwise, as far as the property is concerned, ਇਹ ਅਸੀਂ ਐਜ਼ ਅ ਡ੍ਰੀਮ ਪ੍ਰੋਜੈਕਟ ਸ਼ੁਰੂ ਕੀਤਾ ਸੀਗਾ ਬਿਕੋਜ਼ ਆਈ ਵਾਜ਼ ਰਿਲੇਟਡ ਟੂ ਰੀਅਲ ਸਟੇਟ ਡਿਵੈਲਪਮੈਂਟ ਐਂਡ ਇਨਟੂ ਫਾਈਨੈਂਸ ਪਾਰਟ। ਆਈ ਐਕਚੁਅਲੀ ਕ੍ਰੀਏਟ ਨਿਊ ਕਨਸੈਪਟਸ ਤੇ ਅਸੀਂ ਫੋਰਨ ਤੋਂ ਕਨਸੈਪਟ ਲੈ ਕੇ ਸੋਚਿਆ ਕਿ ਇੰਡੀਆ 'ਚ ਹੋਣਾ ਚਾਹੀਦਾ ਹੈ। ਤਾਂ ਫਸਟ ਟਾਈਮ ਵੀ ਲਾਂਚ ਦਿਸ, ਜਿਹਦੇ 'ਚ ਅਸੀਂ ਸੋਚਿਆ ਸੀ ਕਿ ਲੋਕਾਂ ਨੂੰ ਅਸੀਂ ਇੱਕ ਡ੍ਰੀਮ ਰਿਜ਼ੋਰਟ ਦਈਏ ਜਿਹਦੇ ਵਿੱਚ ਹੈਲਥ ਕੇਅਰ ਹੋਵੇ, ਮਾਈਂਡਫੁਲਨੈਸ ਹੋਵੇ। ਸੋ ਵੀ ਵਰ ਏਬਲ ਟੂ ਕ੍ਰੀਏਟ ਇਟ। ਪਰ ਉਦੋਂ ਅਸੀਂ ਖੁਦ ਪਹਿਲਾਂ ਰਨ ਨਹੀਂ ਕੀਤਾ, ਪਹਿਲਾਂ ਅਸੀਂ ਟਰਾਇਲ ਦੇ ਉੱਤੇ ਕੁਝ ਬਾਹਰਲੇ ਲੋਕਾਂ ਨੂੰ ਦਿੱਤਾ। ਬਟ ਦੈਨ ਵੀ ਫਾਊਂਡ ਕਿ ਉਹਨਾਂ ਦਾ ਇੰਟਰਸਟ ਜ਼ਿਆਦਾ ਕਮਰਸ਼ੀਅਲ ਸੀ, ਓਵਰ ਕਮਰਸ਼ੀਅਲ ਸੀ ਆਈ ਵੁੱਡ ਸੇ। ਤੇ ਉਹਨਾਂ ਨੇ 5-6 ਸਾਲ ਕੰਮ ਚਲਾਇਆ। ਬਟ ਦੈਨ ਵੀ ਟੁੱਕ ਇਟ ਲਾਸਟ ਈਅਰ ਕਿ ਅਸੀਂ ਜਿਹੜਾ ਡ੍ਰੀਮ ਹੈ ਡਾਕਟਰ ਅਲਕਾ ਦਾ, ਵਾਈ ਡੋਂਟ ਵੀ ਡੂ ਇਨ ਦਿਸ ਪਲੇਸ ਵਿਚ ਐਕਚੁਅਲੀ ਬਿਲੋਂਗਸ ਟੂ ਅਸ, ਵੇਅਰ ਆਵਰ ਹਾਰਟ ਆਲਸੋ ਬਿਲੋਂਗ ਟੂ। ਐਂਡ ਸਿੰਸ ਵੀ ਆਰ ਕਨੈਕਟਡ ਆਲ ਅਰਾਊਂਡ ਵਿਦ ਮੈਨੀ ਪੀਪਲ ਅਰਾਊਂਡ, ਐਂਡ ਆਈ ਥਿੰਕ ਗੋਆ ਇਜ਼ ਵਨ ਆਫ ਦ ਬੈਸਟ ਪਲੇਸ ਐਂਡ ਵੈਲਨੈਸ ਇਜ਼ ਵਨ ਆਫ ਦ ਥਿੰਗ ਵਿਚ ਇਜ਼ ਮੋਸਟ ਸੁਟੇਬਲ ਫॉर ਦਿਸ ਪਾਰਟਿਕੂਲਰ ਪਲੇਸ। ਅਸੀਂ ਇਹ ਸੋਚ ਕੇ ਫਿਰ ਲਾਸਟ ਈਅਰ ਇਹਨੂੰ ਅਸੀਂ ਕਨਵਰਟ ਕਰਕੇ ਫਾਨੂਸ ਦੇ ਨਾਮ 'ਤੇ ਅਸੀਂ ਵੈਂਚਰ ਸਟਾਰਟ ਕੀਤਾ। ਐਂਡ ਬਿਕੋਜ਼ ਆਫ ਕੋਵਿਡ ਥੋੜ੍ਹਾ ਡਿਲੇ ਹੋਇਆ, ਬਟ ਆਈ ਥਿੰਕ ਇਟਸ ਰੈਡੀ ਟੂ ਸਟਾਰਟ ਐਂਡ ਹੈਵ ਦ ਫਸਟ ਆਫ ਇਟਸ ਕਾਈਂਡ ਇਨ ਇੰਡੀਆ ਆਈ ਵੁੱਡ ਸੇ, ਜਿਹੜਾ ਕਿ ਇੰਟੀਗ੍ਰੇਟਿਵ ਅਪਰੋਚ ਨਾਲ ਵਿਦ ਪੇਸ਼ੈਂਟ ਫੋਕਸ ਅਪਰੋਚ ਨਾਲ ਅਸੀਂ ਇਸ ਰਿਜ਼ੋਰਟ ਨੂੰ ਅਸੀਂ ਚਲਾਵਾਂਗੇ। ਇੱਥੇ ਮੈਂ ਦੱਸਦਾ ਕਿ ਡਾਕਟਰ ਅਲਕਾ ਇਸ ਜਗ੍ਹਾ ਦੇ ਉੱਤੇ ਕੇਵਲ ਰਿਜ਼ੋਰਟ ਹੀ ਨਹੀਂ ਚਲਾ ਰਹੇ, ਬਲਕਿ ਉਹ ਸਕਿਨ ਕੇਅਰ ਸੈਂਟਰ ਵੀ ਚਲਾਉਂਦੇ ਨੇ। ਸਕਿਨ ਕੇਅਰ ਸੈਂਟਰ ਦੇ ਉੱਤੇ ਉਹ ਆਪਣੇ ਜਿੰਨੇ ਵੀ ਪੇਸ਼ੈਂਟਸ ਨੇ ਉਹਨਾਂ ਦਾ ਟਰੀਟਮੈਂਟ ਕਰਦੇ ਨੇ। ਤੇ ਟਰੀਟਮੈਂਟ ਉਹ ਇਸ ਹਿਸਾਬ ਨਾਲ ਨਹੀਂ ਕਰਦੇ ਕਿ ਉਹ ਆਏ ਤੇ ਉਹਨਾਂ ਦਾ ਟਰੀਟਮੈਂਟ ਕਰ ਦਿੱਤਾ, ਉਹਨਾਂ ਨੂੰ ਗੋਲੀਆਂ ਦੇ ਦਿੱਤੀਆਂ ਤੇ ਚਲੇ ਗਏ, ਨਹੀਂ, ਬਲਕਿ ਉਹ ਇਸ ਹਿਸਾਬ ਨਾਲ ਇੱਥੇ ਕਿਉਂਕਿ ਯੋਗਾ ਵੀ ਕਰਾਇਆ ਜਾਂਦਾ ਹੈ, ਹੋਰ ਐਕਟੀਵਿਟੀ ਵੀ ਕਰਾਈ ਜਾਂਦੀ ਹੈ, ਉਹ ਇਸ ਹਿਸਾਬ ਦੇ ਨਾਲ ਟਰੀਟਮੈਂਟ ਕਰਦੇ ਨੇ ਕਿ ਤਾਂ ਕਿ ਉਹਨਾਂ ਪੇਸ਼ੈਂਟਸ ਦੀ ਗੋਲੀ ਹਮੇਸ਼ਾ ਲਈ ਛੁੱਟ ਸਕੇ।
ਗੋਲੀ ਖਾ ਕੇ ਠੀਕ ਹੋਣਾ ਅਲੱਗ ਗੱਲ ਹੁੰਦੀ ਹੈ, ਲੇਕਿਨ ਗੋਲੀ ਤੋਂ ਬਗੈਰ ਜਿਹੜਾ ਠੀਕ ਹੋ ਜਾਣਾ ਉਹ ਅਲੱਗ ਗੱਲ ਹੁੰਦੀ ਹੈ। ਇਸ ਲਈ ਇੱਥੇ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਪੇਸ਼ੈਂਟਸ ਜਦੋਂ ਇੱਥੇ ਠੀਕ ਹੋ ਕੇ ਜਾਣ ਤਾਂ ਉਹ ਫਿਰ ਕੋਈ ਵੀ ਗੋਲੀ ਨਾ ਖਾਣ, ਚਾਹੇ ਉਹ ਬਲੱਡ ਪ੍ਰੈਸ਼ਰ ਦੇ ਪੇਸ਼ੈਂਟ ਹੈ, ਚਾਹੇ ਸ਼ੂਗਰ ਦੇ ਪੇਸ਼ੈਂਟ ਹੈ, ਚਾਹੇ ਕਿਸੇ ਵੀ ਤਰ੍ਹਾਂ ਦੇ, ਕਿਉਂਕਿ ਬਹੁਤ ਤਰ੍ਹਾਂ ਦੇ ਡਾਕਟਰ ਜਿਹੜੇ ਆ ਇਹਨਾਂ ਦੇ ਥੱਲੇ ਕੰਮ ਕਰਦੇ ਨੇ। ਸੋ ਇਸ ਲਈ ਉਹਨਾਂ ਦੇ ਠਹਿਰਨ ਦਾ ਜਿਹੜਾ ਇੰਤਜ਼ਾਮ ਹੈ ਉਹ ਵੀ ਇੱਥੇ ਬਕਾਇਦਾ ਕੀਤਾ ਗਿਆ ਹੈ, ਕਿਉਂਕਿ ਇੱਥੇ ਕਾਫੀ ਅਪਾਰਟਮੈਂਟਸ ਜਿਹੜੇ ਬਣਾਏ ਗਏ ਨੇ, ਉਹ ਵਿਲਾਜ਼ ਇੱਥੇ ਬਣਾਏ ਗਏ ਨੇ, ਔਰ ਉਹਨਾਂ ਦੇ ਵਿੱਚ ਆ ਕੇ ਪੇਸ਼ੈਂਟ ਵੀ ਠਹਿਰਦੇ ਨੇ ਅਤੇ ਟੂਰਿਸਟ ਵੀ ਠਹਿਰਦੇ ਨੇ। ਡਾਕਟਰ ਅਲਕਾ, ਜੇ ਮੈਂ ਇਸ ਗੱਲ ਤੋਂ ਛੱਡ ਕੇ ਤੇ ਦੂਸਰੀ ਗੱਲ ਤੁਹਾਡੇ ਨਾਲ ਕਰਾਂ ਵੀ ਅਕਸਰ ਇਹ ਕਿਹਾ ਗਿਆ ਹੈ ਕਿ ਡਾਕਟਰ ਜਦੋਂ ਵਿਆਹ ਕਰਾਉਂਦਾ ਹੈ, ਆਪਣਾ ਸ਼ਾਦੀ ਕਰਦਾ ਜਾਂ ਆਪਣਾ ਜੀਵਨ ਸਾਥੀ ਚੁਣਦਾ ਤਾਂ ਇੱਕ ਡਾਕਟਰ ਨੂੰ ਹੀ ਚੁਣਦਾ ਹੈ, ਲੇਕਿਨ ਤੁਸੀਂ ਰੀਅਲ ਸਟੇਟ ਵਾਲੇ ਨੂੰ ਕਿਸ ਤਰ੍ਹਾਂ ਚੁਣ ਲਿਆ? ਦੇਖੋ, ਚੁਣਨ ਲਈ ਇਸ ਤਰ੍ਹਾਂ ਹੈ ਕਿ ਪ੍ਰੋਫੈਸ਼ਨ ਹੀ ਦੇਖਿਆ ਜਾਂਦਾ। ਮੇਬੀ ਇਟਸ ਹਾਰਟ ਟੂ ਹਾਰਟ, ਆਈ ਕੈਨ ਸੇ। ਹਾਰਟ ਟੂ ਹਾਰਟ ਮਤਲਬ ਤੁਹਾਡੀ ਲਵ ਮੈਰਿਜ ਹੈ ਕਿ ਅਰੇਂਜ ਮੈਰਿਜ? ਐਕਚੁਅਲੀ I met him when I was in 11th. Okay. So like ਅਸੀਂ 12th ਵਿੱਚ ਇਕੱਠੇ ਸੀਗੇ ਆਲਮੋਸਟ, ਦੈਨ ਜਲੰਧਰ? ਨਹੀਂ, ਗੁਰਦਾਸ none of the places we were in Gurdaspur. neither Okay. Pathankot nor Jalandhar. Okay. Basically my father was posted there in Gurdaspur that time. English department ਦੇ ਉਹ head of the department ਸੀ ਉੱਥੇ। So I was pursuing 11th. ਤਦੋਂ ਸਾਡੇ ਜ਼ਮਾਨੇ 'ਚ ਤੁਹਾਨੂੰ ਯਾਦ ਹੋਣਾ ਹੈ ਪ੍ਰੈਪ ਪ੍ਰੀ ਮੈਡੀਕਲ ਹੁੰਦੀ ਸੀ। ਬਿਲਕੁਲ ਬਿਲਕੁਲ, ਹਾਂਜੀ। ਤੇ ਗੁਰਦਾਸਪੁਰ ਉਸ ਵੇਲੇ ਐਜੂਕੇਸ਼ਨ ਬਹੁਤ ਵਧੀਆ ਸੀ ਮੈਡੀਕਲ ਦੀ, ਸੋ ਵੀ ਸ਼ਿਫਟਡ ਟੂ ਗੁਰਦਾਸਪੁਰ। ਸੋ ਦੈਟ ਇਜ਼ ਹਾਊ ਆਈ ਵਾਸ देयर ਐਂਡ ਦੈਨ ਹਿਸ ਰਿਲੇਟਿਵਸ ਵਰ देयर ਐਂਡ ਦੈਟ ਇਜ਼ ਹਾਊ ਵੀ ਮੈਟ। ਤੇ ਮੈਂ ਤੁਹਾਡੇ ਕੋਲ ਇਹ ਪੁੱਛਾਂ ਵੀ ਇਹ ਬਚਪਨ ਦਾ ਪਿਆਰ ਹੈ ਜਾਂ ਅੱਖਾਂ ਵਾਲਾ ਪਿਆਰ ਹੈ ਵੀ ਤੁਹਾਡਾ ਇਹ ਸਿਰੇ ਚੜ ਗਿਆ ਤੇ ਸ਼ਾਦੀ ਹੋ ਗਈ? I think it was a ਕਹਿ ਲਓ soul, ਰੂਹਾਨੀ ਪਿਆਰ ਹੈ। more of a soul to soul kind of a stuff, because ਅੱਜ ਕੱਲ ਦੇ ਸਿਸਟਮ ਵਾਂਗਾ ਸਾਡਾ ਸਿਸਟਮ ਨਹੀਂ ਸੀਗਾ। Okay. So we were more into intellectually drawn to each other, I would say. ਠੀਕ ਹੈ। And ਕੋਈ ਇਦਾਂ ਦਾ I love you ਵਾਲਾ ਚਿੱਠੀਆਂ ਚੁੱਠੀਆਂ ਨਹੀਂ ਹੁੰਦੀਆਂ ਸਾਡੇ Yeah, it was very different. It was a soul connection, you can say. It was more of a soul to soul connection. ਇਹ ਰੂਹ ਦਾ ਪਿਆਰ ਸੀ ਜਿਹੜਾ ਤੁਸੀਂ ਅੱਜ ਤੱਕ ਨਿਭਾ ਰਹੇ ਹੋ। ਲੇਕਿਨ ਇੱਕ ਚੀਜ਼ ਹੈ, ਜਦੋਂ ਤੁਸੀਂ ਗੱਲ ਕਰਦੇ ਹੋ ਨਾ ਪੁਰਾਣੀਆਂ ਗੱਲਾਂ ਤੇ ਪੁਰਾਣਾ ਜ਼ਮਾਨਾ, ਲੱਗਦਾ ਨਹੀਂ ਤੁਸੀਂ ਕਿ ਤੁਸੀਂ ਕੋਈ ਪੁਰਾਣੇ ਜ਼ਮਾਨੇ ਦੇ ਹੈਗੇ ਹੋ। ਹਾਲਾਂਕਿ ਮੈਂ ਤੁਹਾਡੀ ਉਮਰ ਨਹੀਂ ਪੁੱਛਾਂਗਾ ਡਾਕਟਰ ਅਲਕਾ, ਲੇਕਿਨ ਰਾਜੀਵ ਜੀ ਤੁਹਾਡੇ ਕੋਲੋਂ ਮੈਂ ਜ਼ਰੂਰ ਪੁੱਛਾਂਗਾ, ਹਾਊ ਓਲਡ ਆਰ ਯੂ? ਮੇਰੀ ਏਜ 53 ਹੈ ਜੀ। ਮਤਲਬ ਸਾਲ 2 ਸਾਲ ਹੀ ਛੋਟੇ ਹੋਣਗੇ ਤੁਹਾਡੇ ਨਾਲੋਂ। ਤੁਹਾਡੇ ਬੱਚੇ ਕੀ ਕਰਦੇ ਆ ਜੀ ਤੇ ਕਿੰਨੇ ਹੈ? ਸਾਡੇ ਬੱਚੇ 3 ਬੱਚੇ ਨੇ। Okay. ਤੇ ਵੱਡੀ ਬੇਟੀ ਹੈ ਉਹ ਡਿਲੋਇਟ ਵਿੱਚ ਹੈ, ਛੋਟਾ ਬੇਟਾ ਕੰਪਿਊਟਰ ਸਾਇੰਸ ਕਰ ਰਿਹਾ ਹੈ, ਹੀ ਇਜ਼ ਅਬਾਊਟ 19 year old, ਐਂਡ ਦ ਯੰਗਰ ਡਾਟਰ ਇਜ਼ ਆਲਸੋ ਇਨਟੂ ਬੋਰਡਿੰਗ। ਉਹ ਆਪਣੀ ਪੁਣੇ ਦੇ ਵਿੱਚ ਸਟੱਡੀ ਕਰ ਰਹੀ ਹੈ ਇੰਟਰਨੈਸ਼ਨਲ ਸਕੂਲ ਦੇ ਵਿੱਚ। ਤੁਸੀਂ ਪੰਜਾਬ ਫਿਰ ਆਉਂਦੇ ਜਾਂਦੇ ਰਹਿੰਦੇ ਹੋ, ਕਿਉਂਕਿ ਰਿਲੇਟਿਵਸ ਤਾਂ ਮੇਰੇ ਹਿਸਾਬ ਨਾਲ ਤੁਹਾਡੇ ਜ਼ਿਆਦਾਤਰ ਪੰਜਾਬ 'ਚ ਹੀ ਰਹਿੰਦੇ ਹੋਣਗੇ? ਪੰਜਾਬ, ਸਾਡੀ ਜਰਨੀ ਪੰਜਾਬ ਦੀ ਹੈਗੀ ਹੈ ਜੀ। ਐਂਡ ਮੇਰਾ ਕਾਫੀ ਟਰੈਵਲ ਰਿਹਾ ਹੈ ਵਰਲਡ ਵਾਈਡ, ਬਟ ਸ਼ੀ ਵਾਸ ਸਟੇਸ਼ਨ ਇਨ ਪਠਾਨਕੋਟ। ਇਹਨਾਂ ਦਾ ਬਹੁਤ ਵੱਡਾ ਸੈਂਟਰ ਉੱਥੇ ਹੈਗਾ ਸਕਿਨ ਦਾ, ਮਤਲਬ ਪੂਰੇ ਨਾਰਥ ਇੰਡੀਆ ਦੇ ਵਿੱਚ ਜੇ ਕੋਈ ਸੈਂਟਰ ਲਾਸਟ ਰੈਫਰਲ ਸੈਂਟਰ ਹੈ ਜਿਹਨੂੰ ਸਾਰੇ ਡਾਕਟਰਸ ਵੀ ਮੰਨਦੇ ਨੇ ਸਕਿਨ ਦੇ ਅੰਡਰ ਜਾਂ ਹੇਅਰ ਦੇ ਅੰਡਰ, ਉਹ ਡਾਕਟਰ ਅਲਕਾ ਸਕਿਨ ਕੇਅਰ ਦਾ ਪਠਾਨਕੋਟ ਸੈਂਟਰ ਹੈ। ਸਾਡੇ ਵੀ ਕਵਰ ਹਿਮਾਚਲ, ਹਰਿਆਣਾ, ਪੰਜਾਬ ਐਂਡ ਹੋਲ ਆਫ J&K, ਲੱਦਾਖ ਏਰੀਆ, ਜਿਸ 'ਚੋਂ ਰੈਗੂਲਰਲੀ ਲੋਕੀ ਸਾਡੇ ਕੋਲ 100+ ਪੇਸ਼ੈਂਟ ਆਟੋਮੈਟਿਕਲੀ ਪੁਰਾਣੇ ਸਿਰਫ ਠੀਕ ਹੋਣ ਵਾਸਤੇ ਆਉਂਦੇ, ਆਈ ਵੁੱਡ ਸੇ ਦੈਟ। ਤੇ ਫਿਰ ਉੱਥੇ ਤੁਹਾਡੇ ਪਠਾਨਕੋਟ ਵਿੱਚ ਲੁੱਕ ਆਫਟਰ ਕੌਣ ਕਰਦਾ ਹੈ ਡਾਕਟਰ ਅਲਕਾ? ਦੇਖੋ, ਸਾਡਾ ਇਸ ਤਰ੍ਹਾਂ ਕਿ ਸਾਡੀ ਅਕੈਡਮੀ ਹੈ ਜਿੱਥੇ ਅਸੀਂ ਡਾਕਟਰਸ ਨੂੰ ਟ੍ਰੇਨ ਕਰਨੇ ਆ, Okay. ਸਪੈਸ਼ਲੀ ਫॉर ਸਕਿਨ ਪ੍ਰੋਬਲਮਸ ਤੋਂ ਰਿਲੇਟਡ ਜਿਹੜੀਆਂ ਡਿਜ਼ੀਜ਼ਸ ਤੇ ਐਸਥੈਟਿਕ ਪ੍ਰੋਸੀਜਰਸ। ਸੋ ਟ੍ਰੇਨਿੰਗ ਦੇਣ ਤੋਂ ਬਾਅਦ ਫਿਰ ਅਸੀਂ ਆਪਣੇ ਡਾਕਟਰ ਆਪਣੇ ਸੈਂਟਰਸ 'ਚ ਭੇਜਦੇ ਆ। ਠੀਕ। ਲਾਈਕ ਪਠਾਨਕੋਟ ਸੈਂਟਰ ਰਨ ਹੋ ਰਿਹਾ ਸਾਡਾ, ਮੋਹਾਲੀ ਹੈ, ਉੱਥੇ ਸਾਡੇ ਟ੍ਰੇਨ ਡਾਕਟਰਸ ਨੇ। ਐਂਡ ਦੈਨ ਕਨਸਟੈਂਟਲੀ ਸਾਡਾ ਸਿਸਟਮ ਇਹੋ ਜਿਹਾ ਹੈ ਆਨਲਾਈਨ। ਸਾਡੇ ਦੋਨੋਂ ਹਸਪੀਟਲ ਟੋਟਲੀ ਪੇਪਰਲੈਸ ਡਿਜੀਟਲ ਹਸਪੀਟਲ ਨੇ। ਸੋ ਸਾਰਾ ਕੁਝ ਆਨਲਾਈਨ ਹਮੇਸ਼ਾ ਮੈਂ ਮੋਨੀਟਰ ਕਰਦੀ ਰਹਿੰਦੀ ਹਾਂ। ਕਿਤੇ ਵੀ ਡਾਕਟਰਸ ਨੂੰ ਕੋਈ ਪ੍ਰੋਬਲਮ ਜਾਂ ਕੁਝ ਆਉਂਦੀ ਹੈ, ਆਲਵੇਜ਼ ਅਵੇਲੇਬਲ ਆਨਲਾਈਨ ਟੂ them, ਸੋ ਉਹ ਕੰਸਲਟ ਕਰ ਸਕਦੇ ਆ ਥਰੂ ਦ ਸੌਫਟਵੇਅਰ। ਤੇ ਗੋਆ ਦੇ ਵਿੱਚ ਜਿਹੜਾ ਤੁਸੀਂ ਇਹ ਸਕਿਨ ਕੇਅਰ ਯੂਨਿਟ ਚਲਾ ਰਹੇ ਹੋ, ਇਹ ਕਿਸ ਤਰ੍ਹਾਂ ਚਲਾ ਰਹੇ ਹੋ? ਗੋਆ ਦੇ ਵਿੱਚ ਵੀ ਸੇਮ ਉਸੇ ਤਰ੍ਹਾਂ ਵੀ ਟ੍ਰੇਨ ਆ ਡਾਕਟਰਸ। ਤੇ ਜਦੋਂ ਮੈਂ ਇੱਥੇ ਹੁੰਨੀ ਆ ਤੇ ਆਬਵੀਅਸਲੀ ਆਈ ਆਲਸੋ ਸੀ ਜਿਸ ਤਰ੍ਹਾਂ ਅਸੀਂ ਬਾਕੀ ਸੈਂਟਰਸ ਰਨ ਕਰਦੇ ਆ। ਜਿਸ ਤਰ੍ਹਾਂ ਹੁਣ ਇਸ ਵੇਲੇ ਮੈਂ ਗੋਆ, ਪਰ ਪਠਾਨਕੋਟ ਸਾਡਾ ਸੈਂਟਰ, ਮੋਹਾਲੀ ਸੈਂਟਰ ਸਾਡੇ ਡਾਕਟਰਸ ਰਨ ਕਰ ਰਹੇ ਆ। ਕਿਤੇ ਵੀ ਉਹਨਾਂ ਨੂੰ ਕੁਝ ਪ੍ਰੋਬਲਮ ਹੁੰਦੀ ਹੈ ਦੇ ਗੈਟ ਇਨ ਟੱਚ ਵਿਦ ਮੀ। ਦੂਸਰਾ ਸਾਡਾ ਜਿਸ ਤਰ੍ਹਾਂ ਕੋਵਿਡ 'ਚ ਆਨਲਾਈਨ ਸਿਸਟਮ ਬਹੁਤ ਸ਼ੁਰੂ ਹੋ ਗਿਆ, ਸੋ ਪੇਸ਼ੈਂਟਸ ਤੇ ਲੋਕੀ ਬਹੁਤ ਓਪਨ ਨੇ ਵੀਡੀਓ ਕੰਸਲਟੇਸ਼ਨ ਨਾਲ। ਇਫ ਐਨੀਬਡੀ ਵਾਂਟਸ ਟੂ ਟਾਕ ਡਾਇਰੈਕਟਲੀ ਟੂ ਮੀ ਤੇ ਵੀਡੀਓ ਕੰਸਲਟੇਸ਼ਨ ਨਾਲ ਉਹ ਗੱਲ ਕਰ ਸਕਦੇ ਨੇ।
ਮੇਰੇ ਤੋਂ ਡਾਇਰੈਕਟਲੀ ਵੀ ਕੰਸਲਟੇਸ਼ਨ ਲੈ ਸਕਦੇ ਆ। ਜਦੋਂ ਅਸੀਂ ਤੁਹਾਡੇ ਉੱਥੇ ਗਏ ਸੀ ਡਾਕਟਰ ਅਲਕਾ, ਤਾਂ ਅਸੀਂ ਜਦੋਂ ਅਪਾਰਟਮੈਂਟਸ ਵੱਲ ਗਏ ਸੀਗੇ ਤਾਂ ਉੱਥੇ ਕੁਝ ਸਾਨੂੰ ਯੂਕੇ ਦੇ ਜਾਂ ਹੋਰ NRIs ਵੀ ਮਿਲੇ ਸੀਗੇ ਜਿਹੜੇ ਆਪਣਾ ਟ੍ਰੀਟਮੈਂਟ ਕਰਾਉਣ ਲਈ ਤੁਹਾਡੇ ਕੋਲ ਆਏ ਹੋਏ ਆ। ਉਹ ਕਿਸ ਤਰ੍ਹਾਂ ਆ ਜਾਂਦੇ ਨੇ ਤੁਹਾਡੇ ਯੂਕੇ ਦੇ ਵਿੱਚ ਵੀ ਜਾਂ ਦੂਸਰੇ ਕੰਟਰੀਜ਼ ਦੇ ਵਿੱਚ ਵੀ ਕੰਸਲਟੇਸ਼ਨ ਸੈਂਟਰਸ ਨੇ, ਹਸਪੀਟਲਸ ਨੇ, ਜਾਂ ਆਨਲਾਈਨ ਕਰਕੇ ਤੁਹਾਡੇ ਕੋਲ ਫਿਰ ਇੱਥੇ ਪੁੱਜ ਜਾਂਦੇ ਨੇ? ਉਹ ਕਿਸ ਤਰ੍ਹਾਂ ਆਉਂਦੇ ਨੇ? ਇਹਦਾ ਜੋ ਮੈਂ ਤੇ ਬਿਲਕੁਲ ਜੀ, ਸ਼ੋਰ। ਇਸ ਤਰ੍ਹਾਂ ਕਿ ਸਾਡਾ ਜਿਹੜਾ ਬੇਸਿਕ ਸਾਡਾ ਹੋਲਡਿੰਗ ਕੰਪਨੀ ਅਸੀਂ ਇੰਗਲੈਂਡ ਦੇ ਵਿੱਚ ਬਣਾਈ ਹੋਈ ਹੈ। ਓਕੇ। ਆਈਡੀਆ ਹੈ ਕਿ ਉਹਨਾਂ ਦੀ ਜਿਹੜੀ ਵੀ ਬੈਸਟ ਆਫ ਦਾ ਬੈਸਟ ਅਸੀਂ ਟੈਕਨੋਲੋਜੀ ਹੋਏ, ਸਿਸਟਮਸ ਹੋਵੇ, ਉਹ ਅਸੀਂ ਲੈ ਕੇ ਇੰਡੀਆ ਦੇ ਵਿੱਚ ਆਈਏ, ਔਰ ਚਾਹੇ ਲੇਜ਼ਰਸ ਨੇ ਚਾਹੇ ਕੁਛ ਨੇ ਐਟ ਅਫੋਰਡੇਬਲ ਪ੍ਰਾਈਸਿਸ ਤੋਂ ਲੈ ਕੇ ਆਈਏ। ਕਦੀ ਲੋਕਾਂ ਦਾ ਡ੍ਰੀਮ ਹੁੰਦਾ ਸੀਗਾ ਕਿ ਹਾਲੀਵੁੱਡ ਫੇਸ਼ੀਅਲ ਕਰਾਉਣ ਲਈ ਅਮਰੀਕਾ ਜਾਂਦੇ ਸੀਗੇ। ਹੁਣ ਅਸੀਂ ਅਮਰੀਕਾ ਦੀ ਉਹੀ ਮਸ਼ੀਨਾਂ, ਅਮਰੀਕਾ ਦੇ ਟ੍ਰੇਨਡ ਲੋਕੀ ਜਿਹੜੇ ਬੱਚੇ ਟੈਕਨੀਕਲ ਹੈਗੇ ਨੇ, ਉਹ ਅਸੀਂ ਆਪਣੇ ਸੈਂਟਰ ਦੇ ਵਿੱਚ ਅਸੀਂ ਰੱਖ ਰਹੇ ਹਾਂ ਜੀ, ਔਰ ਉਹਨਾਂ ਨੂੰ ਅਫੋਰਡੇਬਲ ਪ੍ਰਾਈਸਿਸ 'ਚ ਲੋਕਾਂ ਨੂੰ ਉਹੀ ਟ੍ਰੀਟਮੈਂਟ ਮਿਲ ਰਹੀ ਹੈਗੀ ਹੈ। ਦੇ ਡੋਂਟ ਨੀਡ ਟੂ ਫਲਾਈ ਆਊਟ। ਇਹਨਾਂ ਨੂੰ ਬੜੀ ਦੂਰੋਂ, ਇਨਫੈਕਟ ਸਰ ਕੋਈ ਇੰਗਲੈਂਡ ਤੋਂ ਵੀ ਬੰਦੇ ਇੱਥੇ ਆਉਂਦੇ ਨੇ, ਦੈਟ ਇਜ਼ ਵਨ ਕੁਐਸਚਨ। ਬਟ ਦੈਨ ਜਦੋਂ ਵੀ ਵਿਜ਼ਿਟ 'ਤੇ ਜਾਈਦਾ ਅਸੀਂ ਉੱਥੇ ਪਹੁੰਚੀਦਾ, ਸੋ ਆਲਰੇਡੀ ਪੇਸ਼ੈਂਟ ਜਿਹੜੇ ਹੈਗੇ ਆ ਲਾਈਨਡ ਅਪ ਕੀਤੇ ਹੁੰਦੇ ਆ, ਤੋ ਸ਼ੀ ਇਜ਼ ਗੈਟ ਬਿਜ਼ੀ ਆਲਸੋ ਦੇਅਰ ਕਿ ਉੱਥੇ ਲੋਕੀ ਵੇਟ ਕਰ ਰਹੇ ਹੁੰਦੇ। ਐਵਰੀ 3 ਮੰਥਸ ਅਸੀਂ ਜਾਈਦਾ ਹੈਗਾ। क्या बात है कि बहुत मज़ा आ रहा है कि एक रियल एस्टेट वाला ਜਿਹੜਾ ਹੈ ਉਹ ਡਾਕਟਰ ਦੇ ਜੋ ਕੁਐਸਚਨ ਰਿਲੇਟਡ ਹੈ ਉਹਦਾ ਦਾ ਆਨਸਰ ਦੇ ਰਿਹਾ, ਔਰ ਜੋ ਡਾਕਟਰ ਹੈ ਉਹ ਰੀਅਲ ਸਟੇਟ ਦੇ ਜੋ ਕੁਐਸਚਨਸ ਹੈ ਉਹਨਾਂ ਦੇ ਰਿਲੇਟਡ ਜਿਹੜਾ ਆਨਸਰ ਦੇ ਰਹੇ ਨੇ। ਬਾਕੀ ਬਹੁਤ ਮਜ਼ਾ ਆ ਰਿਹਾ, ਤਾਂ ਸਹੀ ਗੱਲ ਹੈ ਤੁਹਾਡਾ। I think proudly being an Indian we are very proud of that कि डॉक्टर अलका ने एक सॉफ्टवेयर तैयार किया कि because she is known the name in the skin diagnosis। ਓਕੇ। ਜ਼ਿਆਦਾ ਸਾਡੇ ਦੇਸ਼ ਵਿੱਚ ਡਾਇਗਨੋਸਿਸ ਤੋਂ ਕਾਰਨ ਹੀ ਛੋਟੇ ਸ਼ਹਿਰਾਂ 'ਚ ਪ੍ਰੋਬਲਮ ਆਉਂਦੀ ਹੈ, ਉਹ ਵੱਡੇ ਸ਼ਹਿਰਾਂ ਦੇ ਵਿੱਚ ਸਪੈਸ਼ਲਿਸਟ ਨੂੰ ਲੱਭਣ ਲਈ ਭੱਜਦੇ ਹੈਗੇ। ਅਸੀਂ ਛੋਟੇ ਸ਼ਹਿਰ 'ਚੋਂ ਸਫ਼ਰ ਤੈਅ ਕਰਕੇ ਅਸੀਂ ਵੱਡੇ ਸ਼ਹਿਰਾਂ ਵਿੱਚ ਜਾ ਰਹੇ ਹਾਂ, ਪਰ ਸਾਡਾ ਮੇਨ ਏਮ ਇਹ ਹੈਗਾ ਕਿ ਇਹ ਜਿਹੜਾ ਵੀ ਨੌਲੇਜ ਉਹਨਾਂ ਨੇ ਐਕਵਾਇਰ ਕੀਤੀ ਹੈ ਓਵਰ ਲਾਸਟ 27 ਈਅਰਸ ਆਫ ਹਰ ਐਕਿਊਮੈਨ ਨੇਮ ਜਾਂ ਆਪਣੀ ਕਾਬਲੀਅਤ ਦੇ ਨਾਲ ਇੱਥੇ ਪਹੁੰਚੇ ਨੇ, ਇਹਨਾਂ ਦਾ ਡਰੀਮ ਹੈ ਕਿ ਅਸੀਂ ਸਾਡੇ ਜਾਣ ਤੋਂ ਬਾਅਦ ਵੀ ਉਹ ਕੈਰੀ ਔਨ ਰਹੇ, ਰਾਈਟ। ਨੋਰਮਲੀ ਕੀ ਹੁੰਦਾ ਕਿ ਬਹੁਤ ਅੱਛਾ ਸਪੈਸ਼ਲ ਡਾਕਟਰ ਹੈ, ਅੱਜ ਤੇ ਉਹ ਹੈਗਾ, ਮੰਨ ਲਓ ਕੁਛ ਕੱਲ੍ਹ ਨੂੰ ਹੋ ਜਾਵੇ, ਰਾਈਟ, ਅਤੇ ਉਹਦੀ ਨੌਲੇਜ ਉੱਥੇ ਖਤਮ ਹੋ ਜਾਂਦੀ ਹੈ। ਬੱਚੇ ਵੀ 90% ਉਹਨੂੰ ਨਹੀਂ ਕੈਰੀ ਔਨ ਕਰ ਪਾਉਂਦੇ। ਅਤੇ ਸ਼ੀ ਹੈਜ਼ ਕ੍ਰੀਏਟਡ ਅ ਸੋਫਟਵੇਅਰ ਜਿਹੜੀ ਕਿ ਸੈਲਫ ਡਾਇਗਨੋਸਿਸ ਕਰੇਗਾ, ਜਿਹੜਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਇੰਜਨ ਦੇ ਉੱਤੇ ਬੇਸਡ ਰਹੇਗਾ, ਸਿਮਟਨ ਬੇਸਡ ਰਹੇਗਾ। ਅਸੀਂ ਐਪਸ ਆਲਰੇਡੀ ਤਿਆਰ ਕਰ ਚੁੱਕੇ ਹੋਏ ਹਾਂ ਜਿਹੜੇ ਕਿ ਬੀਟਾ ਸਟੇਜ ਦੇ ਵਿੱਚ ਹੈਗੇ ਹੈ, ਐਂਡ ਗਵਰਨਮੈਂਟ ਆਫ UK ਹੈਜ਼ ਅਪਰੂਵਡ ਲਾਸਟ ਮੰਥ ਦ ਕੰਪਲੀਟ ਪ੍ਰੋਜੈਕਟ ਟੂ ਬੀ ਲਾਂਚਡ ਇਨ ਇੰਗਲੈਂਡ ਆਲਸੋ ਵਰਲਡ ਵਾਈਡ। ਕੀ ਬਾਤ। ਜਿਹੜਾ ਕਿ ਕਲੀਨਿਕਲ ਪ੍ਰੈਕਟਿਸ ਦੇ ਵਿੱਚ ਚਾਹੇ ਅਸੀਂ ਰਹੀਏ ਚਾਹੇ ਨਾ ਰਹੀਏ, ਕੋਈ ਵੀ ਨਇਆ ਡਾਕਟਰ ਆਏਗਾ ਉਸ ਥੋੜ੍ਹਾ ਟ੍ਰੇਨਿੰਗ ਲੈ ਕੇ ਆਪਣੇ ਸਿਸਟਮ 'ਚ ਆ ਕੇ ਉਹਨੂੰ ਸੈਲਫ ਡਾਇਗਨੋਸ ਵੀ ਕਰ ਸਕੇਗਾ, ਔਰ ਸਕਿਨ ਦੇ ਰਿਲੇਟਡ ਮੈਡੀਸਿਨਸ ਵੀ ਉਹਨੂੰ ਇੰਡੀਕੇਟਿਵ ਆਰਟੀਫਿਸ਼ੀਅਲ ਇੰਟੈਲੀਜੈਂਸ ਇੰਜਨ ਹੀ ਦੱਸੇਗਾ। ਕੀ ਬਾਤ। ਦਿਸ ਇਜ਼ ਦ ਫਸਟ ਟਾਈਮ ਹੈਪਨਿੰਗ ਇਨ ਦ ਵਰਲਡ ਕਿ ਇੱਦਾਂ ਦਾ ਕੋਈ ਚੀਜ਼ ਆ ਰਹੀ ਹੈ ਜਿਹੜੀ ਕਿ ਇੰਟੀਗ੍ਰੇਟਿਵ ਵੇ ਦੇ ਨਾਲ ਕੰਪਲੀਟ ਸੋਲੂਸ਼ਨਸ ਡਾਕਟਰ ਨਵੇਂ ਨੂੰ ਦੇ ਪਾਏਗਾ। ਕੀ ਬਾਤ ਹੈ। ਬਹੁਤ। ਅਦਰਵਾਈਜ਼ 25 ਸਾਲ ਲੱਗਦੇ, 20 ਸਾਲ ਲੱਗਦੇ, 15 ਸਾਲ ਲੱਗਦੇ ਇੱਕ ਸਪੈਸ਼ਲਿਸਟ ਬਣਨ ਦੇ ਲਈ, ਐਕਚੁਅਲੀ ਸਪੈਸ਼ਲ ਬਣਨ ਲਈ। ਬਿਲਕੁਲ ਬਿਲਕੁਲ। Degree is one thing, being a specialist and being able to diagnose is second thing. So we are trying to reduce this gap, which ultimately ਦਾ ਫਾਇਦਾ ਵਿਚਾਰੇ ਪੇਸ਼ੈਂਟ ਨੂੰ ਹੀ ਹੋਣਾ ਹੈ, ਕਿਉਂਕਿ ਉਹਨੂੰ 10 ਡਾਕਟਰਾਂ ਨੂੰ ਦਿਖਾਉਣ ਤੋਂ ਬਾਅਦ ਫਿਰ ਸ਼ਹਿਰ ਨਹੀਂ ਭੱਜਣਾ ਪਏਗਾ, ਉਹਦਾ ਇਲਾਜ ਉਹਦੇ ਸ਼ਹਿਰ ਦੇ ਵਿੱਚ ਹੀ ਹੋ ਜਾਏਗਾ। ਬਿਲਕੁਲ, ਬਹੁਤ ਵਧੀਆ। ਕੀ ਬਾਤ ਹੈ। ਜਿਸ ਤਰ੍ਹਾਂ ਮੈਂ ਕਿਹਾ ਨਾ ਕਿ ਇਹ ਤੁਹਾਡੇ ਜਵਾਬ ਇਹ ਦੇ ਰਹੇ ਹੈ, ਇਹਨਾਂ ਦੇ ਜਵਾਬ ਤੁਸੀਂ ਦੇ ਰਹੇ ਹੋ, ਬਹੁਤ ਪਿਆਰ ਲੱਗਦਾ ਤੁਹਾਡਾ ਆਪਸ ਵਿੱਚ, ਇਸ ਦੇ ਵਿੱਚ ਕੋਈ ਸ਼ੱਕ ਨਹੀਂ ਪਿਆ। ਮੈਂ ਤੁਹਾਡੇ ਕੋਲੋਂ ਇੱਕ ਪੁੱਛਣਾ ਚਾਹਾਂਗਾ ਕੁਛ ਨਾ ਕੁਛ, ਬਈ ਵਾਕਈ ਪਿਆਰ ਦਾ ਪਤਾ ਲੱਗ ਜਾਏਗਾ ਕਿੰਨਾ ਹੈ ਕਿੰਨਾ ਨਹੀਂ। ਮੈਂ ਡਾਕਟਰ ਅਲਕਾ ਤੁਹਾਡੇ ਕੋਲੋਂ ਪੁੱਛਣਾ ਚਾਹਾਂਗਾ ਕਿ ਰਾਜੀਵ ਜੀ ਨੂੰ ਕਲਰ ਕਿਹੜਾ ਪਸੰਦ ਹੈ, ਕਿਹੜਾ ਕਲਰ ਪਾਉਂਦੇ ਆ? ਰਾਜੀਵ ਜੀ ਨੇ ਦੱਸਿਆ ਹੋਇਆ ਮੈਨੂੰ ਵਾਈਟ ਕਲਰ ਪਾਉਂਦੇ ਆ, ਪਰ ਵਾਈਟ ਇਹਨਾਂ ਨੂੰ ਪਸੰਦ ਨਹੀਂ ਹੈ ਨਾ। ਫੇਵਰਿਟ ਕਲਰ ਫੇਵਰਟ I can tell you ਵਾਈਟ ਕਲਰ ਪਾਉਂਦੇ ਆ, ਪਰ ਫੇਵਰਟ ਕਲਰ ਮੈਂ ਦੱਸ ਦਿੰਦਾ ਤੁਹਾਨੂੰ ਨਾ। ਰਾਜੀਵ ਜੀ ਤੁਸੀਂ ਦੱਸ ਦਿਓ ਕਿਹੜਾ ਕਲਰ? ਬਲੂ ਹੈ ਤੇ ਇਹਨਾਂ ਦਾ ਗ੍ਰੀਨ ਹੈਗਾ। ਮੈਂ ਹੁਣੇ ਦੱਸ ਇਹਨਾਂ ਦਾ ਗ੍ਰੀਨ ਨਹੀਂ ਹੈ। ਤੁਸੀਂ ਦੋਨੋਂ ਇਸ ਮਾਮਲੇ 'ਚ ਫੇਲ ਹੋ ਗਏ। ਅਗਰ ਉਹਨਾਂ ਕੋਲ ਵੀ ਪੁੱਛਿਆ ਮੈਂ, ਉਹਨਾਂ ਨੇ ਕਿਹਾ ਕਿਹੜਾ ਹੈ ਜੀ? ਮੈਂ ਡਾਕਟਰ ਮੈਡਮ ਤੁਸੀਂ ਦੱਸੋ ਜਰਾ। ਵਾਈਟ ਕਿਹਾ ਇਹਨਾਂ ਨੇ। ਯੈਸ। ਪਰ ਤੁਹਾਨੂੰ ਪਤਾ ਨਹੀਂ ਸਾਡਾ ਸਾਰਾ ਲੋਗੋ ਹੈਗਾ, ਸਾਰਾ ਅਸੀਂ ਗ੍ਰੀਨ ਤੇ ਵਾਈਟ ਹੀ ਸਾਡਾ ਜਨਰਲ। ਦੇਖੋ ਤੁਸੀਂ ਚਾਰੇ ਪਾਸੇ ਵਾਈਟ ਹੀ ਵਾਈਟ ਹੈ, ਦੈਟ ਇਜ਼ ਵਨ ਪੁਆਇੰਟ।
ਬਟ ਇਨ ਅ ਕਲਰ ਕੰਬੀਨੇਸ਼ਨ ਸਾਡਾ ਦੋਨਾਂ ਦਾ ਗ੍ਰੀਨ ਔਰ ਬਲੂ ਹੈਗਾ। ਦੇਖੋ ਡਰੈਸ ਵਾਈਟ ਪਾ ਕੇ ਬੈਠੇ ਹੋ ਤੁਹਾਡੇ ਨਾਲ, ਤੁਹਾਨੂੰ ਆਪਣੇ ਆਪ ਹੀ ਮੰਨ ਲੈਣਾ ਚਾਹੀਦਾ ਸੀ ਕਿ ਉਹਨਾਂ ਨੂੰ ਅੱਛਾ ਉਹ ਤੁਸੀਂ ਕਿਹਾ। ਕਿ ਬੈਠੇ ਉਹ ਮੈਚ ਕਰਕੇ ਬੈਠੇ ਹੋ, ਠੀਕ ਹੈ। ਰਾਜੀਵ ਨੂੰ ਨਾ ਹਰ ਜਗ੍ਹਾ ਵਾਈਟ ਚਾਹੀਦਾ ਹੁੰਦਾ ਹੈ, ਘਰ ਦੇ ਵਿੱਚ, ਬਿਲਡਿੰਗ ਦੇ ਵਿੱਚ, ਕੱਪੜਿਆਂ ਦੇ ਵਿੱਚ, ਇਫ ਹੀ ਹੈਜ਼ ਟੂ ਚੂਜ਼ ਹਮੇਸ਼ਾ ਵਾਈਟ। ਮੈਂ ਇਹਨਾਂ ਦਾ ਸੁਭਾਅ ਵੀ ਦੇਖਿਆ ਹੈ, ਬਿਲਕੁਲ ਸ਼ਾਂਤਪ੍ਰਿਯ ਹੈਗੇ, ਔਰ ਜਿਹੜਾ ਸ਼ਾਂਤਪ੍ਰਿਯ ਵਿਅਕਤੀ ਹੁੰਦਾ ਨਾ ਉਹਨੂੰ ਵਾਈਟ ਹੀ ਪਸੰਦ ਹੁੰਦਾ ਹੈ। ਤੇ ਤੁਸੀਂ ਵੀ ਵਾਈਟ ਪਾ ਕੇ ਬੈਠੇ ਹੋਏ ਸੀਗੇ, ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਤੁਹਾਨੂੰ ਵਾਈਟ ਜੱਚਦਾ ਵੀ ਹੈ, ਵਾਈਟ ਸੋਹਣਾ ਵੀ। ਮੈਨੂੰ ਨਹੀਂ ਪਤਾ ਇਹਨੇ ਬਲੂ ਗ੍ਰੀਨ ਕਿਉਂ ਕਿਹਾ। ਦੇਖੋ ਤੁਹਾਡਾ ਪੁਆਇੰਟ ਬਿਲਕੁਲ ਠੀਕ ਹੈ, ਤੁਸੀਂ ਆਪਣੀ ਗੱਲ ਤੇ 100% ਰਾਈਟ ਹੋ, ਕਿਉਂਕਿ ਇਹਨਾਂ ਦਾ ਕਲਰ ਵਾਈਟ ਹੈ, ਸਰ ਕਿ ਸਾਰਾ ਚੀਜ਼ਾਂ ਮੇਰੀ ਵਾਈਟ ਉਹ ਵਾਈਟ ਹੀ ਹੁੰਦੀ ਆ। ਫਰਮ ਦੈਟ ਐਂਗਲ ਤੁਸੀਂ ਅੱਜ ਜੋ ਬਣਾਇਆ ਹੋਇਆ ਇੱਥੇ ਉਹਦੇ ਵਿੱਚ ਰੈਸਟੋਰੈਂਟ ਵੀ ਬਹੁਤ ਅੱਛਾ ਬਣਾਇਆ ਹੈ। ਅਸੀਂ ਅੱਜ ਵੀ ਘਰ ਦੇ ਵਿੱਚ ਤਾਰੀਫ ਕਰਦੇ ਹਾਂ ਕਿ ਤੁਹਾਡਾ ਫੂਡ ਜਿਹੜਾ ਹੈ ਬਹੁਤ ਡਿਲੀਸ਼ੀਅਸ ਸੀ, ਬਹੁਤ ਮਜ਼ਾ ਆਉਂਦਾ ਸੀ ਤੁਹਾਡੇ ਫੂਡ ਖਾ ਕੇ। ਇੱਕ ਗੱਲ ਮੈਂ ਤੁਹਾਡੇ ਕੋਲ ਪੁੱਛਿਆ ਵੀ ਤੁਸੀਂ ਜਦੋਂ ਡਾਕਟਰ ਅਲਕਾ ਫੂਡ ਬਣਾਉਂਦੇ ਹੋ ਤਾਂ ਫੂਡ ਤੁਸੀਂ ਘਰ ਬਣਾਉਂਦੇ ਹੋ ਜਾਂ ਰੈਸਟੋਰੈਂਟ ਦੇ ਵਿੱਚ ਹੀ ਖਾਂਦੇ ਹੋ? ਦੇਖੋ ਫੂਡ ਤਾਂ ਤੁਸੀਂ ਬਹੁਤ ਵਧੀਆ ਗੱਲ ਕੀਤੀ। ਜਿਹੜਾ ਸਾਡਾ ਕਨਸੈਪਟ ਸੀ ਫਾਨੂਸ ਦਾ ਉਹੀ ਸੀ ਕਿ ਅਸੀਂ ਆਪਣੇ ਸਰੀਰ ਦੇ ਅੰਦਰ ਜੋ ਪਾਉਂਦੇ ਆ ਉਹੀ ਬਾਹਰ ਰਿਫਲੈਕਟ ਹੁੰਦਾ ਹੈ। ਬਿਲਕੁਲ। ਸੋ ਜਦੋਂ ਮੈਂ ਆਪਣੇ ਪੇਸ਼ੈਂਟਸ ਵੀ ਟਰੀਟ ਕਰਦੀ ਹਾਂ ਤੇ ਮੈਂ ਉਹਨਾਂ ਨੂੰ ਸਭ ਤੋਂ ਪਹਿਲਾਂ ਫੂਡ ਦੇ ਬਾਰੇ ਦੱਸਦੀ ਹਾਂ। ਤੁਸੀਂ ਜਿਵੇਂ ਦੱਸਿਆ ਦਵਾਈਆਂ ਨਹੀਂ, ਸੋ ਸਭ ਤੋਂ ਪਹਿਲਾਂ ਫੂਡ ਆਉਂਦਾ, ਫਿਰ ਲਾਈਫ ਸਟਾਈਲ, ਫਿਰ ਤੁਹਾਡੀ ਥਾਟ ਪ੍ਰੋਸੈਸ ਕੀ ਹੈ ਜਿਹਨੂੰ ਮਾਈਂਡਫੁਲਨੈਸ ਕਹਿੰਦੇ ਆ। ਬਿਲਕੁਲ। ਤੇ ਫੂਡ ਅਸੀਂ ਆਪਣੇ ਸ਼ੈਫ ਨੂੰ ਵੀ ਉਹੀ ਸਿਖਾਉਂਦੇ ਆ ਕਿ ਤੂੰ ਇਸ ਤਰ੍ਹਾਂ ਦਾ ਫੂਡ ਬਣਾਉਣਾ ਜਿਹਨੂੰ ਸਾਤਵਿਕ ਭੋਜਨ ਕਹਿੰਦੇ ਆ। ਠੀਕ ਹੈ, ਅਸੀਂ ਘਰ 'ਚ ਵੀ ਆਈ ਥਿੰਕ ਕਿੰਨੇ ਸਾਲ ਹੋ ਗਏ ਮੈਂ ਕੁਕਿੰਗ ਹਮੇਸ਼ਾ ਖੁਦ ਕਰਦੀ ਹਾਂ। ਅਸੀਂ ਕਦੀ ਵੀ ਘਰ ਕੁੱਕ ਨਹੀਂ ਰੱਖਿਆ, ਨਾ ਹੀ ਕੁਕਿੰਗ ਕਿਸੇ ਤੋਂ ਕਰਵਾਈ ਹੈ। ਕੁਕਿੰਗ ਦੀ ਗੱਲ ਕਰ ਰਹੇ ਹੋ, ਮੈਂ ਇੱਕ ਗੱਲ ਕੱਟ ਰਿਹਾ ਤੁਹਾਡੀ ਇੱਥੋਂ ਫਿਰ ਬਈ ਜੇ ਕੁਕਿੰਗ ਦੀ ਗੱਲ ਕਰਦੇ ਹਾਂ ਤਾਂ ਇਹ ਦੱਸੋ ਰਾਜੀਵ ਜੀ ਨੂੰ ਕਿਹੜੀ ਸਭ ਤੋਂ ਪਸੰਦ ਸਬਜ਼ੀ ਲੱਗਦੀ ਹੈ ਫੂਡ ਦੇ ਵਿੱਚ? ਮੈਂ ਬਣਾਵਾਂ? ਉਹਨਾਂ ਨੇ ਜਵਾਬ ਵੀ ਇਹੀ ਦਿੱਤਾ ਸੀ ਵੀ ਜਿਹੜੀ ਤੁਸੀਂ ਬਣਾਉਂਦੇ ਹੋ ਉਹਨਾਂ ਨੂੰ ਖਾਣੀ ਪੈਂਦੀ ਹੈ, ਲੇਕਿਨ ਖਾਣੀ ਪੈਂਦੀ ਹੈ ਵਾਲੀ ਗੱਲ ਹੈ ਜਾਂ ਡਿਲੀਸ਼ੀਅਸ ਜਿਹੜੀ ਮੈਨੂੰ ਅੱਜ ਤੱਕ ਮੈਂ ਰਾਜੀਵ ਨੂੰ ਬੜੀ ਵਾਰੀ ਪੁੱਛਿਆ ਕਿਹੜੀ ਵਾਟ ਇਜ਼ ਯੋਰ ਫੇਵਰਿਟ ਸਬਜ਼ੀ, ਹੀ ਸੇਜ਼ ਵਾਟਐਵਰ ਯੂ ਕੁਕ। ਯੈਸ, ਇਹਨਾਂ ਦਾ ਆਨਸਰ ਵੀ ਇਹੀ ਸੀ ਕਿ ਮੈਨੂੰ ਸਾਰੀਆਂ ਪਸੰਦ ਨੇ ਲੇਕਿਨ ਮਾਈ ਫੇਵਰਿਟ ਇਜ਼ ਰਾਜਮਾ। ਸੋ ਬਹੁਤ ਵਧੀਆ ਗੱਲ ਹੈ, ਤੁਹਾਡਾ ਪਿਆਰ ਇਸੇ ਤਰ੍ਹਾਂ ਬਣਿਆ ਰਹੇ। ਲੇਕਿਨ ਰਾਜੀਵ ਜੀ ਮੈਂ ਤੁਹਾਡੇ ਕੋਲੋਂ ਕੁਝ ਜਾਣਨਾ ਚਾਹੁੰਦਾ ਇਸ ਰਿਜ਼ੋਰਟ ਬਾਰੇ। ਰਿਜ਼ੋਰਟ ਦੇ ਵਿੱਚ ਅਪਾਰਟਮੈਂਟਸ ਵੀ ਹੈ, ਵਿਲਾਜ਼ ਵੀ ਹੈ, ਸਵਿਮਿੰਗ ਪੂਲ ਵੀ ਹੈ, ਬਹੁਤ ਕੁਝ ਹੈ। ਇਹ ਕਿਸ ਤਰ੍ਹਾਂ ਦਾ ਕੰਸੈਪਟ ਸੀ, ਕਿੱਥੋਂ ਲਿਆਂਦਾ ਸੀ ਤੇ ਇਹ ਕੰਸੈਪਟ ਕਿਵੇਂ ਤਿਆਰ ਕੀਤਾ ਸੀ? ਹਾਂਜੀ ਸਰ, ਬੇਸਿਕਲੀ ਇਹ ਜਿਹੜਾ ਕਨਸੈਪਟ ਸੀਗਾ ਜਿੱਦਾਂ ਮੈਂ ਸਟਾਰਟਿੰਗ 'ਚ ਕਿਹਾ ਸੀਗਾ, ਇਹ ਅਸੀਂ ਥੋੜ੍ਹਾ ਜਿਹਾ ਇੰਪੋਰਟਡ ਹੈਗਾ ਪਰ ਇੰਡੀਅਨਾਈਜ਼ ਕੀਤਾ ਹੈਗਾ। ਉਹਦੇ ਵਿੱਚ ਅਸੀਂ ਸੋਚਿਆ ਸੀ ਕਿ ਮੋਸਟਲੀ ਲੋਕੀ ਹੌਲੀਡੇ ਹੋਮ ਬਣਾਉਣ ਦੇ ਬੜੇ ਸ਼ੌਕੀਨ ਹੁੰਦੇ ਨੇ। ਇੱਕ ਸਟੇਜ ਤੋਂ ਬਾਅਦ ਸੋਚਦਾ ਕਿ ਚਲੋ ਸਾਡਾ ਇੱਕ ਰਿਟਾਇਰਮੈਂਟ ਹੋਮ ਹੋਵੇ ਜਿੱਥੇ ਸਾਡੀ ਟੇਕ ਕੇਅਰ ਕੀਤੀ ਜਾਵੇ। ਉਸ ਚੀਜ਼ ਨੂੰ ਲੈ ਕੇ ਅਸੀਂ ਇਹ ਵਾਲਾ ਕਨਸੈਪਟ ਸਟਾਰਟ ਕੀਤਾ ਸੀਗਾ ਔਰ ਲੱਕੀਲੀ ਇਹ ਸੈਟਲਮੈਂਟ ਜ਼ੋਨ ਦੇ ਵਿੱਚ ਆਉਣ ਕਰਕੇ ਅਸੀਂ ਇਹਨਾਂ ਨੂੰ ਡਿਜ਼ਾਈਨ ਕੀਤਾ ਬੈਠ ਕੇ। ਅਸੀਂ ਆ ਕੇ ਜਿਹੜੀ ਟੀਮ ਲੈ ਕੇ ਉਸੇ ਤਰੀਕੇ ਨਾਲ ਕੀਤਾ ਕਿ ਇਹ ਲੋਕੀ ਇਹਨੂੰ ਖਰੀਦ ਵੀ ਸਕਣ। ਕੁਝ ਪੋਰਸ਼ਨ ਅਸੀਂ ਆਪਣੇ ਕੋਲ ਰੱਖ ਲਿਆ, ਕੁਝ ਅਸੀਂ ਲੋਕਾਂ ਨੂੰ ਦੇ ਕੇ ਉਹਨਾਂ ਕੋਲੋਂ ਲੀਜ਼ ਬੈਕ 'ਤੇ ਵੀ ਲੈਣੇ ਹੈਗੇ ਤਾਂ ਕਿ ਜਦੋਂ ਉਹ ਗੋਆ 'ਚ ਨਹੀਂ ਰਹਿੰਦੇ ਤਾਂ ਉਹਨਾਂ ਨੂੰ ਕੋਈ ਨਾ ਕੋਈ ਰੈਵਨਿਊ ਸਟਰੀਮ ਬਣਦੀ ਰਹੇ ਤਾਂ ਅਸੀਂ ਉਹਨਾਂ ਦਾ ਪ੍ਰੋਫਿਟ ਸ਼ੇਅਰਿੰਗ ਦੇ ਵਿੱਚ ਹਿੱਸਾ ਰੱਖ ਲੈਂਦੇ ਹਾਂ। ਦੇ ਬਿਕਮ ਦਾ ਸ਼ੇਅਰ ਹੋਲਡਰ ਇਨ ਅ ਪਰਟੀਕੂਲਰ ਪੂਲ ਜਿਹੜਾ ਅਸੀਂ ਕ੍ਰੀਏਟ ਕਰੀਦਾ ਔਰ ਜਦੋਂ ਵੀ ਆਉਣਾ ਚਾਹਣ ਉਹ ਆ ਸਕਦੇ ਨੇ। ਸਪੋਜ਼ਿੰਗ ਉਹ 1 ਮਹੀਨਾ ਰਹਿਣਾ ਚਾਹਣ, 3 ਮਹੀਨੇ, 6 ਮਹੀਨੇ ਰਹਿਣਾ ਚਾਹਣ, ਉਹ ਅਸੀਂ ਜਿਹੜਾ ਕਨਸੈਪਟ ਇਸ ਤਰ੍ਹਾਂ ਦਾ ਰੱਖਿਆ ਕਿ ਉਹ ਇਸ ਨੂੰ ਆ ਕੇ ਯੂਜ਼ ਵੀ ਕਰ ਸਕਣ। ਜਦੋਂ ਉਹਨੇ ਪਰਮਾਨੈਂਟਲੀ ਆਉਣਾ ਚਾਹੁੰਦੇ ਆ ਉਹ ਪਰਮਾਨੈਂਟਲੀ ਵੀ ਐਜ਼ ਅ ਰਿਟਾਇਰਡ ਕਪਲ, ਕਈ ਬੰਦੇ ਇੱਥੇ ਰਹਿ ਰਹੇ ਨੇ, ਇੰਡੀਅਨਸ ਜਿਹੜੇ NRIs ਨੇ, they really don't want to go back to England, right? After spending their majority of their young lives there, they love to be in this place. So ਉਹਦੇ ਵਿੱਚ ਵਿਲਾਸ ਨੇ, ਅਪਾਰਟਮੈਂਟ ਨੇ, ਅਪਾਰਟਮੈਂਟ ਛੋਟੇ ਵੀ ਨੇ, ਸਟੂਡੀਓ ਅਪਾਰਟਮੈਂਟ ਜਿਹਨੂੰ ਅਸੀਂ ਕਹੀਦਾ। ਵੀ ਗਿਵ ਟੋਟਲੀ ਫੁੱਲੀ ਫਰਨਿਸ਼ਡ ਤਾਂ ਕਿ ਤੁਹਾਨੂੰ ਇੱਥੇ ਆ ਕੇ ਵੀ ਲੱਭਣਾ ਨਾ ਪਵੇ ਕਿ ਮਿਸਤਰੀ ਕਿੱਥੇ ਹੈ ਜੀ, ਸਮਾਨ ਕਿੱਥੋਂ ਲੈ ਕੇ ਆਉਣਾ ਹੈ। ਸੋ ਇਟ ਇਜ਼ ਫਿਨਿਸ਼ਡ ਟੂ ਅ ਲੈਵਲ ਆਫ 4 ਸਟਾਰ ਰਿਜ਼ੋਰਟ ਜਿਹੜਾ ਕਿ ਤੁਹਾਡੀ ਜਿਹੜੀ ਹੈਡੇਕ ਖਤਮ ਹੋ ਜਾਏ। ਅਫੋਰਡੇਬਲ ਐਂਡ ਅਪਰੋਚੇਬਲ। ਹਾਂਜੀ, ਅਫੋਰਡੇਬਲ ਐਂਡ ਅਪਰੋਚੇਬਲ। ਉਹਦੇ 'ਚ ਅਸੀਂ ਕਈ ਚੀਜ਼ਾਂ ਕਨਸੈਪਟ ਜਿਹੜੀਆਂ ਹਜੇ ਬਣ ਰਹੀਆਂ ਨੇ। ਅਸੀਂ ਇੱਥੇ ਆਰਟੀਫਿਸ਼ਲ, ਅਸੀਂ ਬੀਚ ਤੋਂ ਦੂਰ ਹਾਂ, ਅਸੀਂ ਆਰਟੀਫਿਸ਼ਲ ਬੀਚ ਕ੍ਰੀਏਟ ਕਰ ਰਹੇ ਹਾਂ, ਵਾਟਰ ਬੋਡੀਜ਼ ਕ੍ਰੀਏਟ ਕਰ ਰਹੇ ਹਾਂ। ਨੈਚੁਰੋਪੈਥੀ ਦਾ ਕੰਪਲੀਟ ਸੈਟਅਪ ਹੈ ਸਾਡਾ। ਹੁਣੇ ਜੁਆਇੰਟ ਵੈਂਚਰ ਹੋਇਆ ਐਜ਼ ਨੌਲੇਜ ਪਾਰਟਨਰ ਵਿਦ ਸਵਾਮੀ ਵਿਵੇਕਾਨੰਦ ਵਿਆਸਾ ਯੂਨੀਵਰਸਿਟੀ ਐਂਡ ਵਿਆਸਾ ਮੈਡੀਕਲ ਕਾਲਜ ਆਫ ਆਯੁਰਵੇਦਾ ਐਂਡ ਨੈਚੁਰੋਪੈਥੀ। ਉਹਨਾਂ ਦਾ ਸਾਡਾ ਜੁਆਇੰਟ ਵੈਂਚਰ ਹੈ। ਉਹਨਾਂ ਦੀ ਪੂਰੀ ਨੌਲੇਜ ਦੀ ਟੀਮ 45 ਇਅਰਸ ਤੋਂ ਕੰਮ ਕਰ ਰਹੀ ਹੈ। ਦੇ ਆਰ ਗੋਇੰਗ ਟੂ ਬੀ ਗਿਵਿੰਗ ਅਸ ਆਲ ਦਾ ਨੌਲੇਜ ਐਂਡ ਕੋਰਸਿਸ ਜਾਂ ਟਰੀਟਮੈਂਟ ਉਹ ਦੇਣਗੇ ਜਿਹਦੇ ਨਾਲ ਅਸੀਂ ਲੋਕਾਂ ਨੂੰ ਟਰੀਟ ਕਰ ਪਾਵਾਂਗੇ, ਰਾਈਟ। ਪਲੱਸ ਇਹ 'ਚ ਜਿਹੜੀ ਇਨਵਾਇਰਨਮੈਂਟ ਹੈ, ਅਸੀਂ
ਟੋਟਲੀ ਪੋਲੂਸ਼ਨ ਫ੍ਰੀ ਰੱਖ ਰਹੇ ਹਾਂ ਅਸੀਂ। ਕਾਰਾਂ ਜਿਹੜੀਆਂ ਹੈਗੀਆਂ ਸਾਈਡਾਂ ਤੇ ਲਗਵਾ ਦਿੰਦੇ ਹਾਂ ਐਂਡ ਗੋਲਫ ਕੋਰਟ ਆਣਗੇ ਜਿਹੜੇ ਲੋਕਾਂ ਨੂੰ ਇੱਕ ਪੁਆਇੰਟ ਤੋਂ ਦੂਸਰੇ ਪੁਆਇੰਟ ਲੈ ਕੇ ਜਾਣਗੇ। ਟੋਟਲੀ ਨੋਇਜ਼ ਫ੍ਰੀ, ਪੋਲੂਸ਼ਨ ਫ੍ਰੀ। ਤੁਸੀਂ ਦੇਖਿਆ ਹੋਣਾ ਕਿ ਇੱਥੇ ਤੁਸੀਂ ਸਾਰੇ ਦਿਨ ਤੁਹਾਨੂੰ ਬਰਡਸ ਦੀ ਆਵਾਜ਼ ਜ਼ਰੂਰ ਸੁਣਦੀ ਰਹੇਗੀ, ਚਾਹੇ ਸਵੇਰ ਹੈ। ਹਾਂ ਬਿਲਕੁਲ, ਗ੍ਰੀਨਰੀ ਹੀ ਗ੍ਰੀਨਰੀ ਸੀ ਚਾਰੇ ਪਾਸੇ। ਇਸੇ ਲਈ ਤਾਂ ਫਿਰ ਦਿਲ ਕੀਤਾ ਕਿ ਤੁਹਾਡੇ ਨਾਲ ਗੱਲਬਾਤ ਕੀਤੀ ਜਾਵੇ ਔਰ ਦੱਸਿਆ ਜਾਵੇ ਕਿ ਪੰਜਾਬੀ ਜਿੱਥੇ ਵੀ ਗਏ ਨੇ, ਪੰਜਾਬੀਆਂ ਨੇ ਝੰਡੇ ਗੱਡੇ ਹੋਏ ਨੇ। ਤੁਸੀਂ ਬਹੁਤ ਵਧੀਆ ਕਨਸੈਪਟ ਤਿਆਰ ਕਰਕੇ ਬਹੁਤ ਵਧੀਆ ਚੀਜ਼ ਜਿਹੜੀ ਆ ਗੋਆ ਦੇ ਵਿੱਚ ਬਣਾਈ ਹੋਈ ਹੈ। ਡਾਕਟਰ ਅਲਕਾ, ਹੁਣ ਮੈਂ ਤੁਹਾਨੂੰ ਕਹਾਂ ਵੀ ਤੁਸੀਂ ਕੋਈ ਸੰਦੇਸ਼, ਕੋਈ ਮੈਸੇਜ ਜਿਹੜਾ ਹੈ ਉਹ ਸਾਡੇ ਦਰਸ਼ਕਾਂ ਨੂੰ ਦੇਣਾ ਚਾਹੋ। ਹਾਂ, ਬੇਸਿਕਲੀ ਇੱਕ ਤੇ ਰਾਜੀਵ ਨੇ ਜਿਵੇਂ ਦੱਸਿਆ ਕਿ ਸਾਡਾ ਜਿਹੜਾ ਕਨਸੈਪਟ ਹੈ ਉਹ ਹੈ ਕਿ ਹਰ ਕੋਈ ਤੰਦਰੁਸਤ ਰਹੇ ਤੇ ਇੱਕ ਖੁਸ਼ਹਾਲ ਜ਼ਿੰਦਗੀ ਜੀਏ। ਸਭ ਲੋਕ ਕਹਿੰਦੇ ਕਿ ਖੁਸ਼ ਰਹੋ, ਪਰ ਕੋਈ ਦੱਸਦਾ ਨਹੀਂ ਹੈ ਕਿ ਖੁਸ਼ ਰਹਿਣਾ ਕਿਸ ਤਰ੍ਹਾਂ। ਤੇ ਅਸੀਂ ਇੱਥੇ ਲੋਕਾਂ ਨੂੰ ਇੱਕ ਹੌਲੀਡੇਜ਼ ਲਈ ਜਦੋਂ ਲੋਕੀ ਆਉਂਦੇ ਆ, ਉਹਨਾਂ ਨੂੰ ਜੀਵਨ ਜੀਣ ਦਾ ਇੱਕ ਨਵਾਂ ਤਰੀਕਾ ਦੱਸਦੇ ਆ। ਤੇ ਸਾਡਾ ਇਹੀ ਮੈਸੇਜ ਹੈ ਕਿ ਲਾਈਫ ਜਿਹੜੀ ਹੈ ਇਟ ਇਜ਼ ਵੈਰੀ ਪ੍ਰੈਸ਼ੀਅਸ, ਸੋ ਉਹਨੂੰ ਪੂਰੀ ਭਰਪੂਰ ਤਰੀਕੇ ਨਾਲ ਆਨੰਦ ਲੈ ਕੇ ਜਿਓ। ਤੇ ਜੀਣ ਦਾ ਤਰੀਕਾ ਅਸੀਂ ਸਿਖਾ ਦਿੰਦੇ ਹਾਂ, ਸਿਖਾਵਾਂਗੇ ਵੀ, ਸਿਖਾਉਂਦੇ ਰਵਾਂਗੇ ਤਾਂ ਕਿ ਸਾਡੇ ਜਾਣ ਤੋਂ ਬਾਅਦ ਵੀ ਇਹ ਸਭ ਜਿਹੜਾ ਕਨਸੈਪਟ ਹੈ ਚੱਲਦਾ ਰਹੇ। ਤਾਂ ਡਾਕਟਰ ਅਲਕਾ ਤੇ ਰਾਜੀਵ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਲੇਕਿਨ ਤੁਹਾਡੇ ਨਾਲ ਸੰਬੰਧ ਵਿਛੇਦ ਕਰਨ ਤੋਂ ਪਹਿਲਾਂ ਇੱਕ ਚੀਜ਼ ਮੈਂ ਤੁਹਾਡੇ ਕੋਲੋਂ ਜ਼ਰੂਰ ਕਹਾਂਗਾ, ਇੱਕ ਰਿਕੁਐਸਟ ਤੁਹਾਨੂੰ ਜ਼ਰੂਰ ਕਰਾਂਗਾ ਕਿ ਤੁਹਾਡਾ ਕੋਈ ਕੰਟੈਕਟ ਨੰਬਰ ਹੋਵੇ ਜਿੱਥੇ ਸਾਡੇ ਦਰਸ਼ਕ ਤੁਹਾਡੇ ਨਾਲ ਕੰਟੈਕਟ ਕਰ ਸਕਣ, ਕੋਈ ਸਕਿਨ ਦੀ ਸਲਾਹ ਮਸ਼ਵਰਾ ਲੈ ਸਕਣ, ਜਾਂ ਜਿਨ੍ਹਾਂ ਨੇ ਗੋਆ ਆਉਣਾ ਹੈ ਉਹ ਤੁਹਾਡੇ ਟੈਲੀਫੋਨ ਨੰਬਰਾਂ 'ਤੇ ਸੰਪਰਕ ਕਰਕੇ ਉਹ ਤੁਹਾਡੇ ਕੋਲ ਗੋਆ ਪਹੁੰਚ ਸਕਣ ਸਟੇ ਦੇ ਲਈ, ਤਾਂ ਜ਼ਰੂਰ ਆਪਣਾ ਟੈਲੀਫੋਨ ਨੰਬਰ ਜਾਂ ਮੋਬਾਈਲ ਨੰਬਰ ਜ਼ਰੂਰ ਦੇ ਦਿਓ ਪਲੀਜ਼। ਹਾਂਜੀ, ਸਾਡਾ ਜਿਹੜਾ ਮੇਜਰ ਨੰਬਰ ਹੈ, ਮੇਰੇ ਖਿਆਲ ਸਭ ਤੋਂ ਬੈਸਟ ਨੰਬਰ ਹੈ, ਉਹ 24/7 ਚੱਲਦਾ ਹੈ। ਸਿੰਸ ਵੀ ਬਿਲੀਵ ਇਨ ਟੈਕਨੋਲੋਜੀ, ਉਹ ਕਲਾਊਡ ਬੇਸਡ ਨੰਬਰ ਹੈ। ਤਾਂ ਅਗਰ ਤੁਹਾਡਾ ਨੰਬਰ ਕਦੇ ਮਿਸ ਵੀ ਹੋ ਗਿਆ ਤਾਂ ਤੁਹਾਨੂੰ ਸਵੇਰ ਮਾਰਨਿੰਗ ਕਾਲ ਆ ਜਾਏਗੀ ਜਾਂ 1 ਘੰਟੇ ਬਾਅਦ ਕਾਲ ਆ ਜਾਂਦੀ ਹੈ। ਸਾਡੀ ਟੀਮ 24/7 ਕੰਮ ਕਰ ਰਹੀ ਹੈ ਟੂ ਪ੍ਰੋਵਾਈਡ ਯੂ ਸਰਵਿਸਿਜ਼। ਨੰਬਰ ਹੈ 8080466466। ਤਾਂ ਦੋਸਤੋ, ਉਮੀਦ ਕਰਦਾ ਕਿ ਤੁਸੀਂ ਡਾਕਟਰ ਅਲਕਾ ਤੇ ਰਾਜੀਵ ਜੀ ਦਾ ਜਿਹੜਾ ਨੰਬਰ ਨੋਟ ਕਰ ਲਿਆ ਹੋਵੇਗਾ। ਤੇ ਮੈਂ ਜਦੋਂ ਗੋਆ ਗਿਆ ਸੀ, ਪੂਰੀ ਫੈਮਿਲੀ ਨਾਲ ਅਸੀਂ ਸਟੇ ਕੀਤੀ ਸੀ, ਬਹੁਤ ਅੱਛਾ ਲੱਗਿਆ ਸੀ ਇੱਥੇ ਜਾ ਕੇ। ਤੁਹਾਡੇ ਵਿੱਚੋਂ ਵੀ ਜਿਹੜੇ ਗੋਆ ਜਾਣ ਤਾਂ ਜ਼ਰੂਰ ਇਹਨਾਂ ਦੇ ਕੋਲ ਜਾ ਕੇ ਆਉਣ, ਬਹੁਤ ਤੁਹਾਨੂੰ ਹਸਪਿਟੈਲਿਟੀ ਮਿਲੇਗੀ, ਆਓ ਭਗਤ ਤੁਹਾਡੀ ਬਹੁਤ ਵਧੀਆ ਹੋਏਗੀ। ਸਭ ਤੋਂ ਵੱਡੀ ਗੱਲ ਹੈ ਪੰਜਾਬੀ ਮਾਹੌਲ ਮਿਲੇਗਾ ਉੱਥੇ ਰਹਿਣ ਦੇ ਲਈ, ਬਹੁਤ ਵਧੀਆ ਉੱਥੇ ਜੀ ਅਪਾਰਟਮੈਂਟਸ ਨੇ, ਵਿਲਾਜ਼ ਨੇ, ਰੈਸਟੋਰੈਂਟ, ਫੂਡ ਜੋ ਹੈ ਪੰਜਾਬੀ ਦੇ ਨਾਲ ਨਾਲ ਹਰੇਕ ਤਰ੍ਹਾਂ ਦਾ ਫੂਡ ਵੀ ਤੁਹਾਨੂੰ ਮਿਲੇਗਾ। ਔਰ ਸਭ ਤੋਂ ਵੱਡੀ ਗੱਲ ਹੈ ਬਿਲਕੁਲ ਤਾਜ਼ਾ ਫੂਡ ਇਹ ਅਵੇਲੇਬਲ ਕਰਾਉਂਦੇ ਨੇ, ਬਹੁਤ ਹੀ ਵਧੀਆ ਹੈ। ਔਰ ਸਭ ਤੋਂ ਵੱਡੀ ਗੱਲ ਕੀ ਹੈ ਵੀ ਇਹਨਾਂ ਦੀ ਖੁਸ਼ੀ, ਇਹਨਾਂ ਦੇ ਹੱਸਦੇ ਹੋਏ ਮੁਸਕਰਾਉਂਦੇ ਹੋਏ ਚਿਹਰੇ ਮਿਲਣਗੇ। ਔਰ ਉਹ ਮੁਸਕਰਾਉਂਦੇ ਚਿਹਰਿਆਂ ਦਾ ਰਾਜ਼ ਵੀ ਇਹੀ ਹੈ ਕਿ ਉੱਥੇ ਦਾ ਮਾਹੌਲ ਹੀ ਇਸ ਤਰ੍ਹਾਂ ਦਾ ਹੈ, ਪੂਰਾ ਪੰਜਾਬੀ ਹੋਮਲੀ ਮਾਹੌਲ ਹੈ। ਤਾਈਓ ਤਾਂ ਇਹ ਹੱਸਦੇ ਹਸਾਉਂਦੇ ਮੁਸਕਰਾਉਂਦੇ ਹੋਏ ਕਹਿੰਦੇ ਨੇ ਅਸੀਂ 53 ਸਾਲ ਦੇ ਹਾਂ ਲੇਕਿਨ ਲੱਗਦੇ 35 ਸਾਲ ਦੇ। ਆਪਣੇ ਆਪ ਹੀ ਜਾ ਕੇ ਉਮਰ ਛੋਟੀ ਹੋ ਜਾਂਦੀ ਹੈ। ਇੰਨਾ ਵਧੀਆ ਉੱਥੇ ਦਾ ਮਾਹੌਲ ਹੈ, ਹੱਸਣੇ ਵਾਲਾ, ਮੁਸਕਰਾਣੇ ਵਾਲਾ। ਔਰ ਸਭ ਤੋਂ ਵਧੀਆ ਵੀ ਹਰੇਕ ਚੀਜ਼ ਉੱਥੇ ਘਰ ਵਾਂਗ ਤੁਹਾਨੂੰ ਮਿਲੇਗੀ। ਸੋ ਅਖੀਰ ਦੇ ਵਿੱਚ ਡਾਕਟਰ ਅਲਕਾ ਤੇ ਰਾਜੀਵ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਦੋਸਤੋ, ਤੁਹਾਡਾ ਵੀ ਕਰਦੇ ਹੋਏ ਧੰਨਵਾਦ ਹੁਣ ਲੈਂਦੇ ਹਾਂ ਆਗਿਆ। ਪਰ ਆਗਿਆ ਲੈਣ ਤੋਂ ਪਹਿਲਾਂ ਇੱਕ ਰਿਕੁਐਸਟ ਤੁਹਾਡੇ ਸਭ ਅੱਗੇ ਹੈ ਕਿ ਜਿਨ੍ਹਾਂ ਨੇ ਅਜੇ ਤੱਕ SDTV ਪ੍ਰਾਈਮ ਨੂੰ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਸਬਸਕ੍ਰਾਈਬ ਕਰੋ। ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਆਈਕਨ ਨੂੰ ਜ਼ਰੂਰ ਦਬਾ ਦੇਣਾ ਤਾਂ ਕਿ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪੁੱਜਦੇ ਰਹਿ ਸਕਣ। ਤੇ ਫਿਲਹਾਲ ਆਪਣੇ ਦੋਸਤ ਤੇ ਹੋਸਟ ਸ਼ਮੀ ਡਾਵਰਾ ਨੂੰ ਦਿਓ ਆਗਿਆ। ਨਮਸਕਾਰ।